ਸਰੋਏ ਤੁਹਾਡੇ ਸਾਰਿਆਂ ਦੇ ਚਰਨ ਵੱਲ ਸਕੂਨ ਲਈ ਹਾਜ਼ਰ ਹੋਇਆ ਹੈ। ਆਸ ਰੱਖਦਾ ਹਾਂ ਕਿ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਰੰਗ ਦੁਨੀਆ ਦੇ ਪਸੰਦ ਆਵੇਗਾ, ਕਿਉਂਕਿ ਮੌਸਮ ਹੀ ਇਸ ਤਰ੍ਹਾਂ ਦਾ ਹੈ ਕਿ ਅੱਜ ਜੋ ਮੇਰੇ ਨਾਲ ਸਾਥੀ ਬੈਠਦੇ ਸਨ, ਅਚਾਨਕ ਸਿਹਤ ਨਾ ਠੀਕ ਹੋਣ ਕਰਕੇ ਅੱਜ ਦਾਸ ਨੂੰ ਡਿਊਟੀ ਨਿਭਾਉਣੀ ਪੈ ਰਹੀ ਹੈ। ਔਰ ਮੈਂ ਉਮੀਦ ਰੱਖਦਾ ਹਾਂ ਕਿ ਤੁਸੀਂ ਵੀ ਦਾਸ ਦਾ ਸਾਥ ਦਿਓਗੇ। ਕੋਈ ਲਾਈਵ ਕਾਲ ਲਾਈਨ ਖੋਲ੍ਹ ਦਿੱਤੀ ਗਈ ਹੈ। ਔਰ ਅੱਜ ਜੋ ਮੈਂ ਤੁਹਾਡੇ ਨਾਲ ਵਿਚਾਰ ਕਰਾਂਗਾ, ਕਿਉਂਕਿ ਸਭ ਤੋਂ ਪਹਿਲਾਂ ਤਾਂ ਹਰੇਕ ਨੂੰ ਆਪਣਾ ਆਪਣਾ ਖਿਆਲ ਰੱਖਣਾ ਚਾਹੀਦਾ ਹੈ। ਸਰਦੀ ਬਹੁਤ ਹੈ। ਦੂਸਰੀ ਗੱਲ ਜੋ ਅੱਜ ਕੱਲ੍ਹ ਫਿਰ ਮਹਾਮਾਰੀ ਓਮਕਰਨ ਜਿਹੜੀ ਨਵੀਂ ਇੱਕ ਕਰੋਨਾ ਆਈ ਹੈ, ਉਸ ਤੋਂ ਵੀ ਆਪਾਂ ਨੂੰ ਕਾਫੀ ਸੁਚੇਤ ਰਹਿਣਾ ਚਾਹੀਦਾ ਹੈ। ਗਾਈਡਲਾਈਨਾਂ ਫੋਲੋ ਕਰਨੀਆਂ ਚਾਹੀਦੀਆਂ ਹਨ ਔਰ ਮਾਸਕ ਬਹੁਤ ਜ਼ਰੂਰੀ ਕਰ ਦਿੱਤਾ ਹੈ। ਔਰ ਹਰੇਕ ਨੂੰ ਆਪਣਾ ਆਪਣਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਔਰ ਇਸ ਦੇ ਨਾਲ ਅਸੀਂ ਅਗਰ ਗਾਈਡਲਾਈਨਾਂ ਨੂੰ ਮੰਨਦੇ ਹਾਂ, ਉਹਨਾਂ 'ਤੇ ਚੱਲਦੇ ਹਾਂ, ਇਕੱਲਾ ਆਪਣਾ ਹੀ ਫਾਇਦਾ ਨਹੀਂ ਹੈ ਔਰ NHS ਦਾ ਵੀ ਬਹੁਤ ਸਾਰਾ ਫਾਇਦਾ ਸਾਥ ਸਹਿਯੋਗ ਹੁੰਦਾ ਹੈ। ਔਰ ਨਾਲ ਹੀ ਦਾਸ ਬੇਨਤੀ ਕਰਦਾ ਹੈ ਕਿ ਅਸੀਂ ਇੱਕ ਤੁਹਾਡੇ ਵਾਸਤੇ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਡਿਨਰ ਐਂਡ ਡਾਂਸ। ਔਰ ਸਾਰੇ ਹੀ ਪ੍ਰੈਜੈਂਟਰ ਆਪਣੇ ਆਪਣੇ ਤਰੀਕੇ ਦੇ ਨਾਲ ਸਾਰਿਆਂ ਨੂੰ ਇਨਵਾਈਟ ਕੀਤਾ ਜਾਂਦਾ ਹੈ। ਬਹੁਤ ਸਾਰੀਆਂ ਟਿਕਟਾਂ ਸੋਲਡ ਹੋ ਗਈਆਂ ਹਨ। ਇਹ ਜੋ ਨਵਾਂ ਸਾਲ 2022 ਇੱਕ ਖੁਸ਼ੀਆਂ ਭਰਿਆ ਸਾਰੇ ਹੀ ਜਹਾਨ ਲਈ ਲੈ ਕੇ ਆਵੇ ਔਰ ਤੰਦਰੁਸਤੀ ਬਖਸ਼ੇ। ਔਰ ਅਸੀਂ ਇੱਕ ਤੁਹਾਡੇ ਲਈ ਜੋ ਪ੍ਰੋਗਰਾਮ ਰੱਖਿਆ ਡਿਨਰ ਐਂਡ ਡਾਂਸ, ਉਹਦੇ ਵਿੱਚ ਬਹੁਤ ਹੀ ਵਧੀਆ ਅਰੇਂਜ ਕੀਤਾ ਗਿਆ ਹੈ। ਹਰੇਕ ਐਂਗਲ ਤੋਂ ਤੁਹਾਡਾ ਖਿਆਲ ਰੱਖਿਆ ਜਾਵੇਗਾ ਔਰ ਅਸੀਂ ਵੀ ਚਾਹੁੰਦੇ ਹਾਂ ਕਿ ਤੁਸੀਂ ਇਸ ਪਹਿਲੇ ਪ੍ਰੋਗਰਾਮ ਦਾ ਸਾਥ ਸਹਿਯੋਗ ਜ਼ਰੂਰ ਦਿਓ। ਔਰ ਨਾਲ ਹੀ ਸਾਨੂੰ ਬੜੀਆਂ ਉਮੀਦਾਂ ਹਨ ਤੁਹਾਡੇ 'ਤੇ। ਤੁਹਾਡੇ ਮਨੋਰੰਜਨ ਦੇ ਲਈ ਲਾਈਵ ਪ੍ਰੋਗਰਾਮ ਹੋਵੇਗਾ। ਦੇਸੀ ਰੱਜ ਕੇ DJ ਜੋ ਕਮੈਂਟਰੀ ਤੋਂ ਸਾਡੇ ਪ੍ਰਗਟ ਪੰਡਾਲ ਜੀ ਬਹੁਤ ਵਧੀਆ ਇਨਸਾਨ ਹਨ। ਉਹ ਇਕੱਲਾ DJ ਹੀ ਨਹੀਂ ਲੈ ਕੇ ਆ ਰਹੇ, ਹੋਰ ਵੀ ਆਪਣੇ ਸੱਜਣ ਮਿੱਤਰ ਨਾਲ ਲੈ ਕੇ ਆ ਰਹੇ ਹਨ। ਔਰ ਜਿਵੇਂ ਕਿ ਦਾਸ ਪਿਛਲੇ ਸੰਡੇ ਸਾਨੂੰ ਕੇਲ ਚੰਦ ਜੀ ਕੋਲ ਜਾਣ ਦਾ ਮੌਕਾ ਮਿਲਿਆ, ਰਾਜ ਮਾਨਕ ਜੀ ਔਰ ਧਰਮਪਾਲ ਸਨਿਆਰ ਜੀ, ਬਹੁਤ ਸਾਰਾ ਉਹਨਾਂ ਨੇ ਮਾਣ ਸਤਿਕਾਰ ਕੀਤਾ ਔਰ ਬਹੁਤ ਸਾਰੀ ਡੋਨੇਟ ਕੀਤੀ ਔਰ ਨਾਲ ਇਹ ਵੀ ਹੌਸਲਾ ਦਿੱਤਾ ਕਿ ਬਿਲਕੁਲ ਘਬਰਾਉਣਾ ਨਹੀਂ, ਦਿਲ ਨਹੀਂ ਛੱਡਣਾ, ਕਿ ਜਿੱਥੇ ਫਿਰ ਕਿਤੇ ਕੋਈ ਲੋੜ ਪਵੇਗੀ ਤਾਂ ਫਿਰ ਮੈਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹਾਂ। ਸਾਨੂੰ ਇਸ ਤਰ੍ਹਾਂ ਦੇ ਸ਼ੇਰ ਦਿਲ ਬੰਦਿਆਂ ਦੀ ਬਹੁਤ ਜ਼ਿਆਦਾ ਲੋੜ ਹੈ। ਦੇਸਰਾਜ ਮੰਮੀ ਕੋਲ ਵੀ ਗਏ ਸੀ, ਉਹਨਾਂ ਨੇ ਵੀ ਬਹੁਤ ਪਿਆਰ ਦਿੱਤਾ ਔਰ ਨਾਲ ਕਾਫੀ ਵਾਅਦੇ ਕੀਤੇ ਹਨ, ਕਿਉਂਕਿ ਇਹ ਏਕਤਾ TV ਕਿਸੇ ਇਕੱਲੇ ਦਾ ਨਹੀਂ, ਆਪਣਾ ਸਾਰਿਆਂ ਦਾ ਹੀ ਹੈ। ਗਗਨ ਨਾਰ ਜੀ ਕੋਲ ਵੀ ਗਏ ਸੀ, ਚਰਨਜੀਤ ਸਿੰਘ ਵੀ ਉੱਥੇ ਮਿਲੇ ਸਨ ਅਤੇ ਮੇਰੇ ਸਰਨਾਮੀਆਂ ਰਾਣਾ ਜੀ ਵੀ ਉੱਥੇ ਮਿਲੇ ਸਨ। ਬਹੁਤ ਸਾਰੀਆਂ ਵਿਚਾਰਾਂ ਵੀ ਹੋਈਆਂ ਔਰ ਜਦੋਂ ਵਿਚਾਰ ਦੇ ਵਿੱਚ ਕਈ ਵਾਰ ਤਕਰਾਰ ਵੀ ਹੋ ਜਾਂਦੀ ਹੈ, ਪਰ ਨਹੀਂ, ਕਿਉਂਕਿ ਚਾਹੇ ਕੋਈ ਵੀ ਮੀਡੀਆ ਹੈ, ਕੋਈ ਵੀ ਚੈਨਲ ਹੈ, ਸਾਰੇ ਦੇ ਸਾਰੇ ਸਤਿਕਾਰਯੋਗ ਹਨ। ਔਰ ਦਾਸ ਬੇਨਤੀ ਕਰਦਾ ਹੈ ਕਿ ਜੋ 1 ਜਨਵਰੀ ਨਵੇਂ ਸਾਲ ਦੀ ਪਹਿਲੀ ਰਾਤ ਹੋਣੀ ਹੈ, ਉਸ ਦਿਨ ਨੂੰ ਆਪਾਂ ਸਾਰਿਆਂ ਨੇ ਰਲ ਮਿਲ ਕੇ ਬੈਠਣਾ ਹੈ। ਇੱਕ ਬਹੁਤ ਵਧੀਆ ਜੋ ਅਰੇਂਜ ਕੀਤਾ ਹੈ ਅਸੀਂ ਪ੍ਰੋਗਰਾਮ ਕੇ ਤੁਹਾਡੇ ਵਾਸਤੇ, ਉਹਦੇ ਵਿੱਚ ਤੁਹਾਡਾ ਮਨੋਰੰਜਨ ਵੀ ਕੀਤਾ ਜਾਵੇਗਾ, ਸ਼ੇਰੋ ਸ਼ਾਇਰੀ ਗਾਇਕੀ ਵੀ ਹੋਵੇਗੀ ਔਰ ਆਪਾਂ ਨੱਚ ਟੱਪ ਕੇ ਸਾਰਿਆਂ ਨੇ ਆਪਣੇ ਮਨ ਦੀਆਂ ਚਾਹਤਾਂ, ਆਪਣੇ ਮਨ ਦਾ ਜੋ ਖੁਆਇਸ਼ ਹੈ, ਉਹ ਆਪਾਂ ਰਲ ਮਿਲ ਕੇ ਸਾਰਿਆਂ ਨੇ ਪੂਰੀ ਕਰਨੀ ਹੈ। ਔਰ ਜੋ ਆਉਣ ਵਾਲੇ ਹਾਲਾਤ ਹਨ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੋ ਸਕਦਾ ਹੈ ਕਿ ਸਾਨੂੰ ਜਿਹੜਾ ਹਰੇਕ ਜੋ ਵੀ ਹਦਾਇਤਾਂ ਹਨ ਉਹਨਾਂ ਤੋਂ ਵੀ ਆਪਾਂ ਨੂੰ ਪੂਰਾ ਧਿਆਨ ਰੱਖਿਆ ਜਾਵੇਗਾ। ਸੈਨੀਟਾਈਜ਼ਰ, ਮਾਸਕ ਵਗੈਰਾ ਸਾਰਾ ਕੁਝ ਹੀ ਰੱਖਾਂਗੇ, ਜੋ ਵੀ ਗਾਈਡਲਾਈਨਾਂ ਹਨ। ਔਰ ਇਹ ਪ੍ਰੋਗਰਾਮ ਤੁਹਾਡੇ ਸਹਿਯੋਗ ਨਾਲ, ਤੁਹਾਡੇ ਸਾਥ ਦੇ ਨਾਲ ਇਹ ਸਿਰੇ ਚੜ੍ਹਨਾ ਹੈ। ਔਰ ਮੈਂ ਉਮੀਦ ਰੱਖਦਾ ਹਾਂ ਕਿ ਬਹੁਤ ਸਾਰੀਆਂ ਟਿਕਟਾਂ ਸੋਲਡ ਹੋ ਗਈਆਂ ਹਨ। ਹੋਰ ਜੇ ਵੀ ਕਿਸੇ ਮੇਰੇ ਸੱਜਣ ਮਿੱਤਰ ਨੂੰ, ਭੈਣ ਭਾਈ ਨੂੰ, ਪਰਿਵਾਰ ਨੂੰ, ਕਿਸੇ ਨੂੰ ਵੀ ਟਿਕਟਾਂ ਚਾਹੀਦੀਆਂ ਹੋਣ ਤੇ ਕਿਸੇ ਵੀ ਸੇਵਾਦਾਰ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਔਰ ਅਸੀਂ ਇਹੋ ਹੀ ਉਮੀਦਾਂ ਰੱਖ ਕੇ ਬੈਠੇ ਹਾਂ ਕਿ ਏਕਤਾ TV ਨੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਔਰ ਇਹਦੇ ਵਿੱਚ ਤੁਹਾਡਾ ਸਾਥ ਹੋਣਾ ਬਹੁਤ
ਜ਼ਰੂਰੀ ਹੈ। ਉਹਦੇ ਵਿੱਚ ਰਾਈਫਲ ਇਨਾਮ ਵੀ ਬਹੁਤ ਵਧੀਆ ਰੱਖੇ ਗਏ ਹਨ। ਡਿਕਸਨ ਦਾ ਹੂਬਰ ਹੈ, ਲੈਪਟਾਪ ਹੈ, ਟੀਵੀ ਹੈ, ਹੋਰ ਬਹੁਤ ਸਾਰੇ ਜੋ ਘਰੇਲੂ ਵਸਤਾਂ 'ਚ ਵਰਤਣ ਵਾਲੀਆਂ ਚੀਜ਼ਾਂ ਹਨ, ਉਹ ਸਾਰੇ ਦੀਆਂ ਸਾਰੀਆਂ ਅਸੀਂ ਉੱਥੇ ਰਾਈਫਲ ਡਰੋ ਕਰਾਂਗੇ। ਔਰ ਸਿਰਫ ਅਸੀਂ ਇੱਕੋ ਹੀ ਤੁਹਾਡੇ ਤੇ ਉਮੀਦ ਆਸ ਰੱਖ ਕੇ ਬੈਠੇ ਹਾਂ ਕਿ ਏਕਤਾ ਟੀਵੀ ਦਾ ਇਹ ਪਹਿਲਾ ਪ੍ਰੋਗਰਾਮ ਹੈ ਔਰ ਤੁਸੀਂ ਇਹਦਾ ਪੂਰਾ ਸਾਥ ਸਹਿਯੋਗ ਦਿਓਗੇ। ਇੱਕ ਬਹੁਤ ਜ਼ਰੂਰੀ ਜੋ ਸੂਚਨਾ ਮੈਨੂੰ ਹੁਣੇ ਦੱਸੀ ਗਈ ਸੀ, ਨੈਕਸਟ ਸੰਡੇ ਸਾਡੇ ਅਮਰਜੀਤ ਮਲ ਜੀ ਨੇ ਪ੍ਰੋਗਰਾਮ ਲੈ ਕੇ ਆਉਣਾ ਹੈ, ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼੍ਰੀ ਗੁਰੂ ਰਵਿਦਾਸ ਭਵਨ ਗਰੋਵ ਲਾਈਨ ਜੋ ਬਰਮਿੰਘਮ ਵਿਖੇ ਹੈ, ਉੱਥੇ ਇਲੈਕਸ਼ਨ ਹੋਣ ਜਾ ਰਿਹਾ ਹੈ। ਉਸ ਦੇ ਜੋ ਪ੍ਰਧਾਨਗੀ ਦੇ ਲਈ ਉਮੀਦਵਾਰ ਹਨ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ। ਨੈਕਸਟ ਸੰਡੇ ਬਹੁਤ ਹੀ ਇੱਕ ਵਧੀਆ ਪ੍ਰੋਗਰਾਮ ਹੈ ਔਰ ਉਹਦੇ ਵਿੱਚ ਜੋ ਗੁਰੂ ਘਰ ਦੇ ਪ੍ਰਧਾਨ ਚੁਣ ਹੋਣਾ ਤੇ ਇੱਕ ਮੈਂਬਰ ਹੀ ਹੁੰਦਾ ਹੈ, ਪਰ ਜਿਹੜੇ ਉਮੀਦਵਾਰ ਹਨ, ਕੈਂਡੀਡੇਟ ਹਨ, ਉਹਨਾਂ ਦੇ ਨਾਲ ਉਹ ਸਾਰੀ ਗੱਲਬਾਤ ਹੋਵੇਗੀ ਔਰ ਤੁਸੀਂ ਉਹ ਵੀ ਪ੍ਰੋਗਰਾਮ ਦੇਖਣਾ ਨਾ ਭੁੱਲਣਾ। ਕੱਲ ਦਾ ਪ੍ਰੋਗਰਾਮ ਰਾਜ ਮਾਨਕ ਜੀ ਲੈ ਕੇ ਆ ਰਹੇ ਹਨ ਔਰ ਕਿਉਂਕਿ ਅਸੀਂ ਬਹੁਤ ਉਮੀਦਾਂ ਰੱਖਦੇ ਹਾਂ ਗੁਰੂ ਘਰਾਂ ਤੋਂ ਔਰ ਸਾਨੂੰ ਹੋਣੀਆਂ ਵੀ ਚਾਹੀਦੀਆਂ ਹਨ। ਨੁਮਾਇੰਦਾ ਉਹ ਚੁਣ ਕੇ ਲਿਆਇਓ ਜਿਹੜਾ ਗੁਰੂ ਘਰ ਦੀ ਸੇਵਾ ਕਰ ਸਕੇ ਔਰ ਆਉਣ ਵਾਲੇ ਜੋ ਜਿੰਨੇ ਵੀ ਤਿਉਹਾਰ ਹਨ, ਚਾਹੇ ਉਹ ਕਿਸੇ ਨਾਲ ਵੀ ਰਿਲੇਟਡ ਹੋਵੇ, ਗੁਰੂ ਘਰ ਦੇ ਵਿੱਚ ਉਸ ਸਭਾ ਦੀ ਸੁਸਾਇਟੀ ਦੀ ਡਿਊਟੀ ਬਣਦੀ ਹੈ ਕਿ ਹਰੇਕ ਧਰਮ ਦਾ ਹੀ ਸਤਿਕਾਰ ਕੀਤਾ ਜਾਵੇ। ਨਾਲ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਕਿਸਾਨ ਭਰਾਵਾਂ ਨੂੰ ਇਹ ਵਧਾਈ ਹੈ ਏਕਤਾ ਟੀਵੀ ਵੱਲੋਂ, ਏਕਤਾ ਟੀਵੀ ਦੇ ਸਾਰੇ ਪੈਨਲ ਵੱਲੋਂ, ਕਿ ਉਹਨਾਂ ਨੇ ਮੋਰਚਾ ਫਤਿਹ ਕੀਤਾ ਔਰ ਉਹਦੇ ਵਿੱਚ ਕੁਝ ਗਿਲੇ ਸ਼ਿਕਵੇ ਵੀ ਹਨ। ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਸਾਰੀਆਂ ਵਿਚਾਰਾਂ ਹੋ ਰਹੀਆਂ ਸਨ ਕਿ ਕਿਸਾਨ ਮੋਰਚਾ ਦੇ ਨਾਲ ਮਜ਼ਦੂਰ ਏਕਤਾ ਜਿੰਦਾਬਾਦ ਵੀ ਕਿਹਾ ਜਾਂਦਾ ਸੀ, ਪਰ ਜਿੱਤ ਤੋਂ ਬਾਅਦ ਮਜ਼ਦੂਰ ਏਕਤਾ ਦਾ ਨਾਂ ਹੀ ਕਿਤੇ ਸੁਣਨ ਨੂੰ ਨਹੀਂ ਮਿਲਿਆ। ਦੂਸਰਾ ਗਿਲਾ ਇਹ ਬਣਦਾ ਸੀ ਕਿ ਜਿਹੜੇ ਅਸੀਂ ਕੇਸ ਖਤਮ ਕਰਵਾਉਣ ਦੀ ਗੱਲ ਕਰਦੇ ਹਾਂ, ਕਿ ਜਦੋਂ ਤੁਗਲਕਾਬਾਦ ਦਾ ਮੰਦਿਰ ਢਹਿ ਢੇਰੀ ਹੋਇਆ ਸੀ, ਉਸ ਬਾਰੇ ਮੈਂ ਜਿੰਨੀਆਂ ਵੀ ਸਭਾ ਸੁਸਾਇਟੀਆਂ ਬਣੀਆਂ ਹਨ, ਆਮ ਸਭਾ ਸੁਸਾਇਟੀਆਂ ਵਿਚਰਦਾ ਹਾਂ, ਤਾਂ ਮੈਂ ਉੱਥੇ ਉਹਨਾਂ ਕੋਲ ਨਾਲ ਵੀ ਇਹ ਹੀ ਗੱਲਬਾਤ ਕਰਦਾ ਹਾਂ ਕਿ ਜੇ ਹੋਰ ਕਮਿਊਨਿਟੀਆਂ ਜਾਂ ਹੋਰ ਸੰਸਥਾਵਾਂ ਜਾਂ ਹੋਰ ਸਭਾਵਾਂ ਇਹਨਾਂ ਚੀਜ਼ਾਂ ਦਾ ਫਾਇਦਾ ਉਠਾ ਸਕਦੀਆਂ ਹਨ, ਤਾਂ ਰਵਿਦਾਸੀਆ ਕੌਮ ਕਿਉਂ ਨਹੀਂ ਇਸ ਚੀਜ਼ ਦਾ ਫਾਇਦਾ ਉਠਾ ਸਕਦੀ। ਸਾਨੂੰ ਵੀ ਇਹ ਮੰਗ ਰੱਖਣੀ ਚਾਹੀਦੀ ਹੈ, ਚਾਹੇ ਗਵਰਨਮੈਂਟ ਕੋਈ ਵੀ ਹੋਵੇ, ਅਸੀਂ ਤਾਂ ਉਸ ਪੱਖੋਂ ਦੇਖਣਾ ਹੈ ਕਿ ਸਾਡੀ ਸੁਣਵਾਈ ਕਿੱਥੇ ਹੁੰਦੀ ਹੈ। ਲੇਕਿਨ ਇਹ ਸਦਾ ਹੀ ਗੱਲ ਚੱਲਦੀ ਆ ਰਹੀ ਹੈ, ਇਨਸਾਨ ਮੌਕੇ ਦਾ ਫਾਇਦਾ ਉਠਾਉਂਦਾ ਹੈ ਔਰ ਉਸ ਤੋਂ ਬਾਅਦ ਜਦੋਂ ਉਹ ਆਪਣਾ ਨਾਂ ਚਮਕਾਉਣ ਦੇ ਲਈ ਜਾਂ ਆਪਣੀ ਬੱਲੇ ਬੱਲੇ ਕਰਾਉਣ ਦੇ ਲਈ ਬਹੁਤ ਪੈਂਤਰੇ, ਬਹੁਤ ਜਿਹਨੂੰ ਚੁਸਤ ਚਲਾਕੀਆਂ ਕਹਿ ਸਕਦੇ ਹਾਂ, ਵਰਤਦਾ ਹੈ। ਪਰ ਇਨਸਾਨ ਉਹੋ ਹੀ ਗਿਣਿਆ ਜਾਂਦਾ ਹੈ ਜਿਹੜਾ ਹਰੇਕ ਐਂਗਲ ਤੋਂ, ਹਰੇਕ ਪੱਖੋਂ, ਹਰੇਕ ਹੀ ਸਭਾ ਸੁਸਾਇਟੀ ਦੀ ਗੱਲਬਾਤ ਕਰੇ ਔਰ ਨਾਲ ਹੋ ਸਕਦਾ ਕਿ ਬਹੁਤ ਸਾਰਿਆਂ ਨੂੰ ਇਸ ਗੱਲ ਦਾ ਇਤਰਾਜ਼ ਵੀ ਲੱਗੇ, ਕਿਉਂਕਿ ਜਿਹੜੀ ਸੱਚਾਈ ਹੈ ਉਹ ਕਹਿ ਦੇਣੀ ਜ਼ਰੂਰੀ ਹੁੰਦੀ ਹੈ। ਔਰ ਨਾਲ ਦਾਸ ਬੇਨਤੀ ਕਰਦਾ ਕਿ ਦੇਖੋ, ਉਸ ਦਿਨ ਜੋ ਅਸੀਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਅਸੀਂ ਉਹਦੇ ਵਿੱਚ ਬਹੁਤ ਕੁਝ ਤੁਹਾਡੇ ਕੋਲੋਂ ਸਿੱਖਣ ਨੂੰ ਸਾਨੂੰ ਮਿਲਣਾ ਹੈ ਔਰ ਬਹੁਤ ਸਾਰਿਆਂ ਦੇ ਵਿਚਾਰ ਵਟਾਂਦਰੇ ਹੋਣਗੇ। ਔਰ ਨਾਲ ਹੀ ਜੋ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ 19 ਵਾਲੇ ਟੇਕਰਾਜ ਜੀ, ਟੇਕਰਾਜ ਜੱਸਲ ਜੀ, ਉਹਨਾਂ ਦਾ ਫੂਡ, ਉਹ ਆਪਣਾ ਫੂਡ ਲੈ ਕੇ ਆ ਰਹੇ ਹਨ। ਅਸੀਂ ਕੋਸ਼ਿਸ਼ ਕੀਤੀ ਹੈ, ਇਹ ਸਾਡਾ ਫਸਟ ਪ੍ਰੋਗਰਾਮ ਹੈ ਔਰ ਇਹਦੇ ਵਿੱਚ ਤੁਹਾਡਾ ਪਿਆਰ, ਸਤਿਕਾਰ, ਤੁਹਾਡਾ ਸਹਿਯੋਗ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ ਕਿ ਮੈਂ ਗੱਲ ਕੀਤੀ ਸੀ ਕਿ ਅਸੀਂ ਕੇਲ ਚੰਦ ਜੀ ਕੋਲ ਗਏ, ਦੇਸਰਾਜ ਮੈਮੀ ਜੀ ਕੋਲ ਗਏ, ਗਗਨਨਾਥ ਜੀ ਕੋਲ ਗਏ, ਹਰੇਕ ਨੇ ਹੀ ਗਲਬੱਕੜੀ ਪਾ ਕੇ ਬਹੁਤ ਮਾਣ ਸਤਿਕਾਰ ਦਿੱਤਾ। ਔਰ ਨਾਲ ਗੱਲ ਇਹ ਦੂਸਰੀ ਇਹ ਵੀ ਮੈਂ ਜੋੜ ਦੇਵਾਂ, ਕਿਉਂਕਿ ਏਕਤਾ ਟੀਵੀ ਪਮਾ ਹੀ 2 ਦਿਨ ਹੀ ਅਸੀਂ ਚਲਾਉਂਦੇ ਹਾਂ, ਐਤਵਾਰ ਤੇ ਸੋਮਵਾਰ। ਲੇਕਿਨ ਜੋ ਵੀ ਕਰਦੇ ਹਾਂ ਸੱਚਾਈ ਤੇ ਕਰਦੇ ਹਾਂ, ਕਦੀ ਵੀ ਅਸੀਂ ਝੂਠ ਦਾ ਸਹਾਰਾ ਨਹੀਂ ਲਿਆ, ਨਾ ਹੀ ਲੋੜ ਹੈ। ਔਰ ਪੰਜਾਬ ਦੀ ਅਗਰ ਮੈਂ ਗੱਲ ਕਰਾਂ, ਪੰਜਾਬ ਦੇ ਵਿੱਚ ਬਹੁਤ ਸਾਰੀਆਂ ਇਸ ਵਕਤ ਪਾਰਟੀਆਂ ਮੈਦਾਨ ਵਿੱਚ ਹਨ। ਜੇ ਅਸੀਂ ਦੇਖੀਏ ਕਿ ਚਰਨਜੀਤ ਚੰਨੀ ਜੀ, ਜੋ ਵੀ ਉਹਨਾਂ ਨੂੰ ਟਾਈਮ ਮਿਲਿਆ, ਉਹਨਾਂ ਨੇ ਆਪਣੇ ਟਾਈਮ ਦੇ ਵਿੱਚ ਜੋ ਵੀ ਕਰ ਰਹੇ ਹਨ, ਹਰੇਕ ਇਨਸਾਨ ਕੋਸ਼ਿਸ਼ ਕਰਦਾ ਹੈ ਕਿ ਮੈਂ ਕੁਝ ਚੰਗਾ ਕਰਾਂ, ਆਉਣ ਵਾਲਾ ਟਾਈਮ ਮੇਰੇ ਲਈ
ਰਸਤਾ ਕਲੀਅਰ ਹੋ ਜਾਵੇ। ਵੋਟ ਕਿਸੇ ਨੂੰ ਵੀ ਪਾਓ, ਅਸੀਂ ਇਹ ਨਹੀਂ ਕਹਿੰਦੇ, ਕਿਉਂਕਿ ਨਾ ਅਸੀਂ ਕਿਸੇ ਨੂੰ, ਇਹ ਸਾਨੂੰ ਹੱਕ ਹੀ ਹੈ ਕਿ ਅਸੀਂ ਕਿਸੇ ਵੀ ਪਾਰਟੀ ਨੂੰ ਕਹੀਏ ਕਿ ਤੁਸੀਂ ਇਸ ਨੂੰ ਹੀ ਵੋਟ ਪਾਓ। ਵੋਟ ਦਾ ਮੀਨਿੰਗ, ਵੋਟ ਦਾ ਅਧਿਕਾਰ ਬਹੁਤ ਵੱਡਾ ਹੈ। ਇੱਕ ਵੋਟ ਹੀ ਤਖਤਾ ਪਲਟ ਦਿੰਦੀ ਹੈ। ਪਰ ਵੋਟ ਦਾ ਇਸਤੇਮਾਲ ਇਸ ਤਰੀਕੇ ਨਾਲ ਕਰਿਓ ਕਿ ਜਿਹੜਾ ਬੰਦਾ ਕੌਮ ਦੀ ਜਾਂ ਲੋਕ ਭਲਾਈ ਦੀ, ਸਾਰਿਆਂ ਦੀ ਸਾਂਝੀ ਵਾਰਤਾ ਦੀ ਗੱਲ ਕਰਦਾ ਹੋਵੇ, ਉਸ ਨੂੰ ਜ਼ਰੂਰ ਚਾਂਸ ਦਿਓ। ਧਰਮ ਦੇ ਨਾਂ 'ਤੇ ਸਾਰੇ ਪਾਸੇ ਹਾਹਾਕਾਰ ਮਚਾਈ ਹੋਈ ਹੈ। ਔਰ ਰਹੀ ਇਨਸਾਨ ਦੀ ਗੱਲ, ਇਨਸਾਨ ਦੀ ਜਿਵੇਂ ਮੈਂ ਗੱਲ ਕੀਤੀ ਸੀ ਕਿ ਅਸੀਂ ਚੌਧਰਾਂ ਦੀ ਖਾਤਰ, ਪ੍ਰਧਾਨਗੀਆਂ ਦੀ ਖਾਤਰ ਬੜਾ ਕੁਝ ਕਰਦੇ ਹਾਂ। ਪਰ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਲਿਖਣ ਵਾਲੇ ਨੇ ਬਹੁਤ ਵਧੀਆ ਲਿਖਿਆ ਹੈ ਕਿ ਸੁਣ ਬੰਦੇ ਦੀ ਇਹ ਸਿਰੀਏ, ਸਰੀਰ ਤੇਰਾ ਕਿੱਥੇ ਹੀ, ਅੱਗੇ ਤਾਂ ਤੂੰ ਵੇਂਦੀ ਸੀ ਸ਼ੀਸ਼ਿਆਂ ਦੇ ਵਿੱਚ, ਤਸਵੀਰ ਤੇਰੀ ਕਿੱਥੇ ਹੀ। ਇਨਸਾਨ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਮੈਂ ਕੋਈ ਚੰਗਾ ਕੰਮ ਕਰਕੇ ਜਾਵਾਂ। ਨਾਂ ਬਣਾਉਣ ਦੇ ਲਈ ਬਹੁਤ ਟਾਈਮ ਲੱਗਦਾ ਹੈ। ਅਗਰ ਨਾਂ ਨੂੰ ਖਰਾਬ ਕਰਨਾ ਹੋਵੇ ਜਾਂ ਲਾਲਚ ਵਿੱਚ, ਤਮਾ 'ਚ ਆ ਕੇ, ਜਾਂ ਮੈਂ ਹੰਕਾਰ ਦੇ ਵਿੱਚ, ਇੱਕ ਸੈਕਿੰਡ ਵੀ ਨਹੀਂ ਲੱਗਦਾ। ਇਹ ਜੋ ਕਿਸੇ ਵੀ ਕਵੀ ਨੇ ਜੋ ਲਿਖਿਆ, ਇਹਦੀ ਉਦਾਹਰਣ ਇਸ ਤਰ੍ਹਾਂ ਹੈ ਕਿ ਕੋਈ ਬਜ਼ੁਰਗ, ਇਹ ਬਹੁਤ ਪੁਰਾਣੀ ਗੱਲ ਹੈ, ਬਜ਼ੁਰਗ ਕੋਈ ਜਾ ਰਿਹਾ ਸੀ, ਕਿਉਂਕਿ ਪਹਿਲੀਆਂ ਦੇ ਵਿੱਚ, ਕਿਉਂਕਿ ਮੈਂ ਤਾਂ ਉਹ ਵਕਤ ਦੇਖਿਆ ਹੈ ਕਿ ਪਹਿਲਾਂ ਟਿੱਬੇ, ਜਿਹਨੂੰ ਆਪਾਂ ਰੇਤਲੀ ਜ਼ਮੀਨ ਕਹਿ ਦਿੰਦੇ, ਟਿੱਬੇ ਬਹੁਤ ਵੱਡੇ ਵੱਡੀਆਂ ਝਾੜੀਆਂ ਹੁੰਦੀਆਂ ਸਨ। ਕੋਈ ਬਜ਼ੁਰਗ ਜਾ ਰਿਹਾ ਸੀ ਤਾਂ ਉਹਦਾ ਪੈਰ ਦੀ ਠੋਕਰ ਬੰਦੇ ਦੀ ਸਿਰੇ ਨੂੰ ਲੱਗੀ। ਤਾਂ ਉਸ ਵਕਤ ਉਸ ਕਵੀ ਨੇ ਇਹ ਗੱਲ ਲਿਖੀ ਸੀ, ਕਿਉਂਕਿ ਜਦੋਂ ਇਨਸਾਨੀ ਜਾਮਾ ਇਨਸਾਨ ਨੂੰ ਮਿਲਦਾ ਹੈ, ਉਹ ਬੜੀਆਂ ਮਨਾਹੀਆਂ ਕਰਦਾ ਹੈ। ਮਨ ਆਉਂਦਾ ਖਾਂਦਾ ਹੈ, ਮਨ ਪਾਉਂਦਾ ਪਹਿਨਦਾ ਹੈ, ਲੇਕਿਨ ਇੱਕ ਚੀਜ਼ ਭੁੱਲ ਜਾਂਦਾ ਹੈ ਕਿ ਇਨਸਾਨੀਅਤ ਜਿਹੜੀ ਹੈ, ਕਿਉਂਕਿ ਇਹ ਜਿਹੜੀ ਅਕਲ ਤੇ ਸ਼ਕਲ ਕਦੀ ਵੀ ਕਿਸੇ ਨੂੰ ਘੋਲ ਕੇ ਨਹੀਂ ਦਿੱਤੀ ਜਾ ਸਕਦੀ। ਜਿੰਨਾ ਕਿ ਕਿਸੇ ਦਾ ਦਿਮਾਗ ਕੰਮ ਕਰਦਾ ਹੈ, ਕਈ ਵਾਰ ਇਨਸਾਨ ਚਤਰ ਚਲਾਕੀ ਖੇਲਣ ਦੀ ਕੋਸ਼ਿਸ਼ ਕਰਦਾ ਹੈ, ਪਰ ਹਮੇਸ਼ਾ ਸੋਚ ਸਮਝ ਕੇ ਬੰਦੇ ਨੂੰ ਵਿਚਾਰ ਗੱਲ ਕਰਨੀ ਚਾਹੀਦੀ ਹੈ। ਬਹੁਤ ਸਾਰੀਆਂ ਕੁੰਤਾਂ, ਬਹੁਤ ਸਾਰੀਆਂ ਗਲਤੀਆਂ ਇਨਸਾਨ ਕਰ ਜਾਂਦਾ ਹੈ, ਪਰ ਕਈ ਵਾਰ ਛੋਟੀ ਜਿਹੀ ਗੱਲ ਕਹੀ, ਜੇ ਅਗਰ ਛੋਟਾ ਜਿਹਾ ਬੱਚਾ, ਇੱਕ ਜਿਹੜੀ ਅਕਲ ਹੈ ਉਹਦੇ ਵਿੱਚ, ਨਾ ਤਾਂ ਅਸੀਂ ਕਿਸੇ ਦੀ ਉਮਰ ਦਾ ਤਕਾਜ਼ਾ ਦੇਖ ਸਕਦੇ ਹਾਂ। ਕਈ ਵਾਰ ਛੋਟਾ ਬੱਚਾ ਇੱਦਾਂ ਹੀ ਵਧੀਆ ਗੱਲ ਕਰ ਜਾਂਦਾ ਹੈ ਤਾਂ ਉਹ ਕਈਆਂ ਦਾ, ਸਾਰਿਆਂ ਦਾ ਹੀ ਮਨ ਮੋਹ ਕੇ ਲੈ ਜਾਂਦਾ ਹੈ। ਇਸ ਕਰਕੇ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਜੇ ਚੰਗਾ ਨਹੀਂ ਕਰ ਸਕਦੇ ਤਾਂ ਮਾੜਾ ਵੀ ਕਿਸੇ ਦਾ ਅਸੀਂ ਕਿਉਂ ਕਰੀਏ, ਔਰ ਹਮੇਸ਼ਾ ਸੋਚ ਸਮਝ ਕੇ ਗੱਲ ਕਰੀਏ, ਨਾ ਕਿ ਕਿਸੇ ਦਾ ਮਨ ਖਰਾਬ ਹੋਵੇ। ਕਿਉਂਕਿ ਜਦੋਂ ਕਿਸੇ ਦਾ ਮਨ ਦੁਖਦਾ ਹੈ ਤਾਂ ਉਹਦੇ ਮਨ ਦੇ ਵਿੱਚੋਂ ਜਿਹੜੀ ਅਸੀਸ ਨਿਕਲਦੀ ਹੈ, ਉਹ ਆਪਾਂ ਜਿਵੇਂ ਪੰਜਾਬੀ 'ਚ ਕਹਿ ਦਿੰਦੇ ਹਾਂ ਕਿ ਕੋਈ ਬਦਦੁਆ ਕਦੀ ਵੀ ਕਿਸੇ ਦੀ ਨਹੀਂ ਲੈਣੀ ਚਾਹੀਦੀ। ਕਿਉਂਕਿ ਜਦੋਂ ਕਿਸੇ ਦਾ ਹਿਰਦਾ ਦੁਖਦਾ ਹੈ ਤਾਂ ਉਹਦੇ ਮਨ ਦੇ ਵਿੱਚੋਂ ਕਈ ਵਾਰ ਗੱਲ ਕਈ ਪੂਰੀ ਵੀ ਹੋ ਜਾਂਦੀ ਹੈ। ਇਸ ਕਰਕੇ ਹਮੇਸ਼ਾ ਨਾਪ ਤੋਲ ਕੇ, ਸੋਚ ਸਮਝ ਕੇ ਹੀ ਵਿਚਾਰ ਗੱਲ ਕਰਨੀ ਚਾਹੀਦੀ ਹੈ। ਕੋਸ਼ਿਸ਼ ਕਰੀਏ, ਕਿਉਂਕਿ ਅੱਜ ਜੋ ਏਕਤਾ ਟੀਵੀ ਦੇ ਸਟੂਡੀਓ ਦੇ ਵਿੱਚ ਇੱਕ ਉਪਰਾਲਾ ਕੀਤਾ ਗਿਆ ਸੀ, ਕਿਉਂਕਿ ਜੋ ਅਸੀਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਉਸ ਦੇ ਵਿੱਚ ਸਾਰਿਆਂ ਦਾ ਮਸ਼ਵਰਾ, ਸਲਾਹ, ਕਿਉਂਕਿ ਜਦ ਤੱਕ ਅਸੀਂ ਉਹ ਵਿਚਾਰ ਵਟਾਂਦਰਾ ਨਹੀਂ ਕਰਦੇ ਤੇ ਫਿਰ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਆਪਣੀ ਸਲਾਹ ਸਾਰੇ ਦਿੰਦੇ ਹਨ, ਔਰ ਨਾਲ ਹੀ ਤਦੇ ਹੀ ਗੁਲਦਸਤਾ ਬਣਦਾ ਹੈ। ਜਿਵੇਂ ਕਿ ਦਾਸ ਬਹੁਤ ਵਾਰ ਇਹ ਗੱਲ ਕਰ ਚੁੱਕਾ ਹੈ ਤੁਹਾਡੇ ਨਾਲ ਕਿ ਰੰਗ ਦੁਨੀਆ ਦੇ ਪ੍ਰੋਗਰਾਮ ਰੱਖਣ ਦਾ ਮਤਲਬ ਹੀ ਇਹ ਸੀ ਕਿ ਮੈਂ ਹੋ ਸਕਦਾ ਕਿ ਨਵੇਂ ਸਾਲ ਦੇ ਵਿੱਚ ਆਉਣ ਵਾਲਾ ਜੋ 2022 ਲੈ ਕੇ ਆਵਾਂਗਾ, ਜਾਂ ਉਸ ਸਾਲ ਦੇ ਵਿੱਚ ਅਸੀਂ ਡਿਨਰ ਐਂਡ ਡਾਂਸ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਉਹਦੇ ਵਿੱਚ ਹੋ ਸਕਦਾ ਕਿ ਮੈਂ ਆਪਣਾ ਪ੍ਰੋਗਰਾਮ ਦਾ ਨਾਮ ਵੀ ਚੇਂਜ ਕਰਾਂ, ਕਿਉਂਕਿ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹਨ, ਬਹੁਤ ਸਾਰੇ ਵਿਚਾਰ ਹੁੰਦੇ ਹਨ। ਸੱਚ ਕਹਿਣ ਦੇ ਲਈ ਥੋੜ੍ਹੀ ਹਿੰਮਤ ਦੀ ਲੋੜ ਹੁੰਦੀ ਹੈ, ਔਰ ਦਾਸ ਨੇ ਜਿੰਨਾ ਵੀ, ਚਾਹੇ ਕਿਸੇ ਵੀ ਮੀਡੀਆ 'ਤੇ ਕੰਮ ਕੀਤਾ ਹੋਵੇ, ਅੱਜ ਤੱਕ ਜੋ ਵੀ ਗੱਲ ਕਹੀ ਹੈ ਉਹ ਸੱਚਾਈ 'ਤੇ ਹੀ ਕਹੀ ਹੈ, ਨਾ ਹੀ ਕਦੀ ਝੂਠ ਦਾ ਸਹਾਰਾ ਲਿਆ ਹੈ, ਨਾ ਹੀ ਸਹਾਰਾ ਮੈਂ ਝੂਠ ਦਾ ਲੈਣਾ ਹੈ।
ਜਦ ਤੱਕ ਉਸ ਮਾਲਕ ਨੇ ਸਵਾਸ ਬਖਸ਼ੇ ਹਨ। ਕੋਸ਼ਿਸ਼ ਕਰਨੀ ਹੈ ਕਿ ਜੋ ਵੀ ਗੱਲਬਾਤ ਹੈ ਸੱਚਾਈ ਤੇ ਹੀ ਹੋਣੀ ਚਾਹੀਦੀ ਹੈ, ਕਿਉਂਕਿ ਝੂਠ ਤੂਫਾਨ ਬੋਲ ਕੇ ਝੂਠੀਆਂ ਚੌਧਰਾਂ ਜਾਂ ਝੂਠੀ ਸ਼ੌਹਰਤ ਦਾ ਮੈਂ ਮੁਹਤਾਜ ਨਹੀਂ ਔਰ ਨਾ ਹੀ ਰਵਾਂਗਾ, ਕਿਉਂਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੋ ਵੀ ਹਕੀਕਤ ਬੀਤਦੀਆਂ ਹਨ ਜਾਂ ਕੋਈ ਘਟਨਾਵਾਂ ਹੁੰਦੀਆਂ ਹਨ ਉਹਨਾਂ 'ਤੇ ਹੀ ਵਿਚਾਰ ਕਰਦੇ ਹਾਂ। ਔਰ ਆਪ ਸਭ ਨੂੰ ਪਤਾ ਹੈ ਕਿ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਜੋ ਫਰਵਰੀ ਦੇ ਵਿੱਚ ਆ ਰਿਹਾ ਹੈ, ਉਸ ਬਾਰੇ ਵੀ ਏਕਤਾ TV ਨੇ ਇੱਕ ਉਪਰਾਲਾ ਕੀਤਾ ਹੈ ਕਿ ਇਸ ਵਾਰ ਕੋਸ਼ਿਸ਼ ਕਰਨੀ ਹੈ ਕਿ ਇਹ ਜੋ ਜਹਾਜ਼ ਹੈ ਪੰਜਾਬੀ ਦੇ ਵਿੱਚ ਕਿ ਆਪਾਂ ਇੱਥੋਂ ਹੀ ਭਰ ਕੇ ਕਾਂਚੀ ਬਨਾਰਸ ਨੂੰ ਲੈ ਕੇ ਜਾਈਏ ਔਰ ਉਹਦੇ ਵਿੱਚ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਾਂਚੀ ਬਨਾਰਸ ਤੋਂ ਜੋ ਸ਼ੋਭਾ ਯਾਤਰਾ ਹੈ ਜਲੰਧਰ ਦੀ, ਜੋ ਬੂਟਾ ਮੰਡੀ ਚੌਂਕ ਤੋਂ ਸ਼ੁਰੂ ਹੁੰਦੀ ਹੈ ਰਵਿਦਾਸ ਚੌਂਕ ਤੋਂ, ਉਹ ਜੋ ਸਾਰੇ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਹੁੰਦੀ ਹੈ ਉਹਦਾ ਸਾਰੇ ਦਾ ਸਾਰਾ ਲਾਈਵ ਦਿਖਾਵਾਂਗੇ। ਔਰ ਬਹੁਤ ਸਾਰੇ ਦਾਨੀ ਸੱਜਣ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਨੇ ਪਹਿਲਾਂ ਹੀ ਇਹ ਡਿਊਟੀਆਂ ਸੰਭਾਲ ਲਈਆਂ ਹਨ ਔਰ ਸਾਡਾ ਫਰਜ਼ ਵੀ ਬਣਦਾ ਹੈ ਕਿ ਅਸੀਂ ਹੁਣ ਤੋਂ ਹੀ ਉਹਦੀ ਤਿਆਰੀ ਕਰੀਏ ਔਰ ਹੁਣ ਤੋਂ ਹੀ ਆਪਣੀ ਆਪਣੀ ਜ਼ਿੰਮੇਵਾਰੀ ਸਮਝੀਏ। ਔਰ ਮੈਂ ਉਮੀਦ ਰੱਖਦਾ ਹਾਂ ਕਿ ਜੋ ਜਹਾਜ਼ ਦੀਆਂ ਟਿਕਟਾਂ ਦੀ ਗੱਲ ਕੀਤੀ ਹੈ, ਜੋ ਉਹਦਾ ਮਿਨੀਮਮ ਚਾਰਜ ਹੈ ਜਾਂ ਜਿੰਨੇ ਪੈਸੇ ਲੱਗਣੇ ਹਨ ਉਨੇ ਹੀ ਪੈਸੇ ਲੈ ਜਾਣਗੇ, ਨਾ ਕਿ ਇਹਦੇ 'ਚ ਕੋਈ ਕਮਿਸ਼ਨ ਜਾਂ ਕੋਈ ਇਸ ਤਰ੍ਹਾਂ ਦਾ ਅਸੀਂ ਆਪਣਾ ਲਾਲਚ ਜਾਂ ਕੋਈ ਖੁਸ਼ੀ ਦੇ ਨਾਲ ਏਕਤਾ TV ਦਾ ਸਾਥ ਸਹਿਯੋਗ ਦੇਣਾ ਚਾਹੁੰਦਾ ਹੈ ਤਾਂ ਮੋਸਟ ਵੈਲਕਮ ਹੈ। ਔਰ ਅਸੀਂ ਉਮੀਦ ਵੀ ਤੁਹਾਡੇ 'ਤੇ ਇਹੋ ਹੀ ਰੱਖਦੇ ਹਾਂ ਔਰ ਨਾਲ ਜਿਹੜੀ ਦਾਸ ਬੇਨਤੀ ਕਰਦਾ ਹੈ, ਹੋ ਸਕਦਾ ਕਿ ਇਸ ਗੱਲ ਨੂੰ ਮੈਂ ਬਾਰ-ਬਾਰ ਤਦੇ ਹੀ ਰਿਪੀਟ ਕਰਦਾ ਹਾਂ ਕਿ ਬਹੁਤ ਸਾਰੇ ਟੇਬਲ ਸੋਲਡ ਹੋ ਚੁੱਕੇ ਹਨ ਔਰ ਕੁਝ ਟਿਕਟਾਂ ਬਾਕੀ ਹਨ। ਜਿਵੇਂ ਕਿ ਪਹਿਲਾਂ ਵੀ ਆਪਾਂ ਦੇਖਿਆ ਹੈ ਕਿ ਬਹੁਤ ਵਾਰ ਇਸ ਤਰ੍ਹਾਂ ਪ੍ਰੋਗਰਾਮ 'ਤੇ ਹੁੰਦਾ ਹੈ ਕਿ ਐਟ ਦੀ ਸਪੋਟ ਸਾਨੂੰ ਉੱਥੇ ਹੀ ਟਿਕਟਾਂ ਦੀ ਡਿਮਾਂਡ ਸ਼ੁਰੂ ਹੋ ਜਾਂਦੀ ਹੈ। ਅਸੀਂ ਉਹ ਵੀ ਥੋੜ੍ਹਾ ਬੜਾ ਅਰੇਂਜ ਰੱਖਾਂਗੇ, ਜਿਨ੍ਹਾਂ ਨੂੰ ਡੋਰ 'ਤੇ ਟਿਕਟ ਚਾਹੀਦੀ ਹੋਵੇਗੀ ਡੋਰ 'ਤੇ ਵੀ ਟਿਕਟ ਪ੍ਰੋਵਾਈਡ ਕਰ ਸਕਦੇ ਹਨ। ਲੇਕਿਨ ਇੱਕ ਜ਼ਰੂਰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਸਾਨੂੰ ਪਹਿਲਾਂ ਹੀ ਇਹ ਜਿਹੜੀਆਂ ਟਿਕਟਾਂ ਲੈ ਲਵੋ ਅਤੇ ਅਸੀਂ ਉਸ ਤਰੀਕੇ ਦੇ ਨਾਲ ਸਾਰਾ ਅਰੇਂਜ ਕਰ ਸਕਦੇ ਹਾਂ। ਨਾਲ ਜੋ ਦਾਸ ਬੇਨਤੀ ਕਰਦੇ ਕਿ ਕੱਲ੍ਹ ਨੂੰ ਰਾਜ ਮਾਨਕ ਜੀ ਨੇ ਪ੍ਰੋਗਰਾਮ ਲੈ ਕੇ ਆਉਣਾ ਹੈ ਔਰ ਜੇ ਮੈਂ ਪੰਜਾਬ ਦੇ ਇਹ ਪਾਸੇ ਦੀ ਗੱਲ ਕੀਤੀ ਸੀ ਕਿ ਪੰਜਾਬ ਦੇ ਹਾਲਾਤਾਂ ਦੀ ਗੱਲ ਜੋ ਹੈ, ਅੱਜ ਕੱਲ੍ਹ ਹਾਲਾਤ ਉੱਥੇ ਵੀ ਇਸ ਤਰ੍ਹਾਂ ਦੇ ਹੀ ਹਨ ਕਿ ਇਨਸਾਨ ਨੂੰ ਇਨਸਾਨ ਨਹੀਂ ਸਮਝਿਆ ਜਾਂਦਾ। ਜਿਹੜੀ ਗੱਲ ਮੈਂ ਪੱਖਬਾਜ਼ੀ ਦੀ ਕੀਤੀ ਸੀ ਜਾਂ ਜਾਤ ਪਾਤ 'ਤੇ ਆਪਾਂ ਰਾਜਨੀਤੀਆਂ ਕਰਦੇ ਹਾਂ, ਆਪਣਾ ਫਾਇਦਾ ਉਠਾਉਂਦੇ ਹਾਂ, ਇਹ ਬਿਲਕੁਲ ਹਕੀਕਤ ਹੈ। ਕਿਉਂਕਿ ਮੈਂ ਸੋਸ਼ਲ ਮੀਡੀਆ 'ਤੇ ਦੇਖਿਆ ਕਿ ਪਟਿਆਲਾ ਸ਼ਹਿਰ ਦੇ ਵਿੱਚ ਲਾਗੇ ਇੱਕ ਪਿੰਡ ਹੈ ਜਿਹਦੇ ਵਿੱਚ ਬਹੁਤ ਇੱਕ ਗਰੀਬ ਤਬਕਾ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉੱਥੇ ਉਹਨਾਂ ਨੇ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਇੱਕ ਛੋਟਾ ਜਿਹਾ ਮੰਦਿਰ ਕਹਿ ਸਕਦੇ ਬਣਾਇਆ ਸੀ। ਇਸ ਤਰ੍ਹਾਂ ਦੇ ਇਨਸਾਨ ਵੀ ਹਨ ਜਿਨ੍ਹਾਂ ਨੂੰ ਉਸ ਮਾਲਕ ਦਾ ਜਾਂ ਉਸ ਅਕਾਲ ਪੁਰਖ ਦਾ ਭੈ ਹੀ ਨਹੀਂ ਹਨ। ਉੱਥੋਂ ਉਹ ਕਦੀ ਤਾਂ ਉਹ ਜਿਹੜੀਆਂ ਲੋਹੇ ਦੀਆਂ ਸ਼ੀਟਾਂ ਹਨ ਉਹ ਲਾ ਕੇ ਲੈ ਜਾਂਦੇ ਹਨ, ਕਦੀ ਉੱਥੇ ਕੋਈ ਇਸ ਤਰ੍ਹਾਂ ਦਾ ਘਟਨਾ ਵਾਪਰਦੀ ਹੈ ਜਿਹਦੇ ਨਾਲ ਬਹੁਤ ਰਵਿਦਾਸੀਆ ਕੌਮ ਨੂੰ ਠੇਸ ਪਹੁੰਚਦੀ ਹੈ। ਇਹ ਸ਼ਰਾਰਤੀ ਤੱਤ ਜਿਹੜੇ ਹੁੰਦੇ ਹਨ, ਕਿਉਂਕਿ ਇਹਨਾਂ ਦਾ ਕੰਮ ਹੁੰਦਾ ਹੈ ਕਿ ਸ਼ਰਾਰਤ ਕਰਕੇ ਇੱਕ ਸਾਈਡ 'ਤੇ ਹੋ ਜਾਣਾ, ਕਿਉਂਕਿ ਧਰਮ ਦੇ ਨਾਂ 'ਤੇ ਬਹੁਤ ਕੁਝ ਹੋ ਰਿਹਾ ਹੈ ਔਰ ਆਉਣ ਵਾਲਾ ਜਿਹੜਾ ਵਕਤ ਹੈ ਉਹ ਆਪਾਂ ਨੂੰ ਸੰਭਾਲਣ ਦੀ ਲੋੜ ਹੈ। ਜੇ ਅਸੀਂ ਆਪਣੇ ਨੁਮਾਇੰਦਿਆਂ ਦੀ ਗੱਲ ਕਰਾਂ ਜਾਂ ਜਿਹੜੇ ਅਸੀਂ ਨੁਮਾਇੰਦੇ ਚੁਣ ਕੇ ਅੱਗੇ ਭੇਜੇ ਹਨ, ਕਿ ਉਹ ਵੀ ਨੁਮਾਇੰਦੇ ਅਸੀਂ ਚੁਣ ਕੇ ਤਾਂ ਜ਼ਰੂਰ ਭੇਜ ਦਿੰਦੇ ਹਾਂ, ਪਰ ਆਪਣਾ ਲਾਹਾ, ਆਪਣਾ ਫਾਇਦਾ, ਆਪਣਾ ਟਾਈਮ ਵਿਚਾਰਦੇ ਹਨ ਕਿ ਅਸੀਂ ਕਿਹੜੇ ਐਂਗਲ ਤੋਂ ਬਚ ਕੇ ਕਿਹੜੀ ਸਾਈਡ ਤੋਂ ਨਿਕਲ ਜਾਣਾ ਹੈ। ਪਰ ਜਿੱਥੇ ਲੋੜ ਹੁੰਦੀ ਹੈ ਉੱਥੇ ਜ਼ਰੂਰ ਇਹ ਗੱਲ ਹੋਣੀ ਚਾਹੀਦੀ ਹੈ। ਬਹੁਤ ਸਾਰੇ ਮੁਜ਼ਾਹਰੇ ਹੋ ਰਹੇ ਹਨ, ਬਹੁਤ ਸਾਰੀਆਂ ਸਪੀਚਾਂ ਹੋ ਰਹੀਆਂ ਹਨ, ਬਹੁਤ ਸਾਰੇ ਇਕੱਠ ਹੋ ਰਹੇ ਹਨ, ਲੇਕਿਨ ਜੇ ਮੈਂ ਰਵਿਦਾਸੀਆ ਕੌਮ ਬਾਰੇ ਗੱਲ ਕਰਾਂ ਤਾਂ ਸਾਡਾ ਸਟੈਂਡ ਵੀ ਇਸ ਵਕਤ ਮੈਂ ਦੇਖਾਂ ਤਾਂ ਕਿਸੇ ਪਾਸੇ ਨਜ਼ਰ ਨਹੀਂ ਆ ਰਿਹਾ। ਅਸੀਂ ਉਹ ਪਹਿਲਾਂ ਤੋਂ ਇੱਕ ਸਾਡੇ ਜ਼ਿਹਨ ਵਿੱਚ ਇੱਕ ਦਿਮਾਗ ਦੇ ਵਿੱਚ ਗੱਲ ਬੈਠ ਗਈ ਹੈ ਕਿ ਅਸੀਂ ਦੂਸਰੇ ਦਾ ਸਹਾਰਾ ਲੈ ਕੇ ਹੀ
ਪਾਰ ਕਿਨਾਰੇ ਲੱਗ ਸਕਦੇ ਹਾਂ। ਇਹ ਸਾਡੀ ਗਲਤ ਫਹਿਮੀ ਹੈ। ਅਗਰ ਅਸੀਂ ਸੋਚਦੇ ਹਾਂ, ਅਸੀਂ ਆਪਣੇ ਆਪ ਅੰਦਰ ਅਗਰ ਝਾਤੀ ਮਾਰੀਏ, ਆਪਣੀ ਕਾਬਲੀਅਤ ਨੂੰ ਦੇਖੀਏ, ਤੇ ਸਾਨੂੰ ਕਿਸੇ ਦੇ ਸਹਾਰੇ ਜਾਂ ਲੈਣ ਦੀ ਲੋੜ ਨਹੀਂ। ਬਾਬੂ ਕਾਂਸ਼ੀ ਰਾਮ ਜੀ ਇਹੋ ਹੀ ਕਹਿੰਦੇ ਸਨ ਕਿ ਉਹ ਵੀ ਇੱਕ ਵਕਤ ਆਊਗਾ ਕਿ ਸਾਡੀ ਆਪਣੀ ਸਰਕਾਰ ਹੋਵੇ, ਆਪਣਾ ਰਾਜ ਭਾਗ ਹੋਵੇਗਾ। ਲੇਕਿਨ ਜੇ ਅਸੀਂ ਦੂਸਰਿਆਂ ਦੇ ਹੀ ਝੋਲੀ 'ਚ ਜਾ ਕੇ ਬੈਠਣਾ ਹੈ ਜਾਂ ਦੂਸਰਿਆਂ ਦੀ ਕੁਛੜੀ ਚੜ੍ਹਨਾ ਹੈ, ਤਾਂ ਫਿਰ ਅਸੀਂ ਆਪਣੇ ਰਾਜ ਭਾਗ ਦੀ ਕਿੱਥੋਂ ਉਮੀਦ ਰੱਖ ਸਕਦੇ ਹਾਂ। ਅਸੀਂ ਆਪਣਾ ਆਪ ਵੇਚਦੇ ਹਾਂ, ਆਪਣਾ ਜ਼ਮੀਰ ਵੇਚਦੇ ਹਾਂ। ਲੇਕਿਨ ਜਿੱਥੇ ਕੌਮ ਦੀ ਗੱਲ ਆਉਂਦੀ ਹੈ, ਉੱਥੇ ਅਸੀਂ ਆਪਣੀ ਚੌਧਰ ਨੂੰ ਪਹਿਲਾਂ ਫਰੰਟ ਤੇ ਰੱਖਦੇ ਹਾਂ। ਉਹਦੇ ਵਿੱਚ ਕਿਉਂਕਿ ਜਿਹੜੀ ਗੱਲ ਮੈਂ ਜ਼ਮੀਰ ਵੇਚਣ ਦੀ ਕੀਤੀ, ਇਹ ਬਿਲਕੁਲ ਹਕੀਕਤ ਹੈ। ਕਿਉਂਕਿ ਬਹੁਤ ਸਾਰੇ ਪਾਰਟੀ ਨੁਮਾਇੰਦੇ ਬਣੇ ਹਨ, ਜਦੋਂ ਲੋੜ ਪੈਂਦੀ ਹੈ ਉੱਥੇ ਉਹ ਆਪਣਾ ਮੁੱਖ ਮੋੜ ਲੈਂਦੇ ਹਨ। ਹੁਣ ਜੇ ਅਸੀਂ ਆਪਣੀ ਰਵਿਦਾਸੀਆ ਕੌਮ ਦੀ ਗੱਲ ਕਰਾਂ, ਜਿੱਥੇ ਕਿਤੇ ਤਸੱਦਦ ਹੁੰਦਾ ਹੈ ਜਾਂ ਜ਼ੁਲਮ ਹੁੰਦਾ ਹੈ, ਅੱਜ ਤੱਕ ਮੈਨੂੰ ਕਿਤੇ ਵੀ ਕਿਸੇ ਸੋਸ਼ਲ ਮੀਡੀਆ ਤੇ ਜਾਂ ਕਿਸੇ ਚੈਨਲ ਤੇ ਜਾਂ ਕਿਸੇ ਹੋਰ ਮੀਡੀਆ ਤੇ ਗੱਲ ਹੁੰਦੀ ਹੋਵੇ, ਜਾਂ ਕਿਸੇ ਮਿਨਿਸਟਰ ਨੇ ਜਾਂ ਕਿਸੇ MLA ਨੇ ਜਾਂ ਇੱਥੇ ਤੱਕ ਕਿ ਪਿੰਡ ਦੀ ਪੰਚਾਇਤ ਨੇ ਇਹ ਗੱਲ ਕਹੀ ਹੋਵੇ ਕਿ ਲਓ ਜੀ ਇਹ ਕੰਮ ਗਲਤ ਹੈ। ਕਿਉਂਕਿ ਸੱਚਾਈ ਕਹਿਣ ਦੇ ਲਈ ਬੜੀ ਹਿੰਮਤ ਦੀ ਲੋੜ ਹੁੰਦੀ ਹੈ, ਔਰ ਇਹ ਗੱਲਾਂ ਕਹਿਣੀਆਂ ਬਹੁਤ ਸੌਖੀਆਂ ਹਨ, ਇਹਨਾਂ ਨੂੰ ਨੇਪਰੇ ਚਾੜਨਾ ਬਹੁਤ ਔਖਾ ਹੁੰਦਾ ਹੈ। ਪਰ ਇਨਸਾਨ ਨੂੰ ਜਦੋਂ ਕੋਈ ਵੀ ਅਹੁਦਾ ਮਿਲਦਾ ਹੈ, ਚਾਹੇ ਉਹ ਛੋਟਾ ਅਹੁਦਾ ਹੋਵੇ ਚਾਹੇ ਉਹ ਵੱਡਾ ਹੋਵੇ, ਹਮੇਸ਼ਾ ਸੱਚ 'ਤੇ ਖੜੇ ਹੋ ਕੇ ਗੱਲ ਕਰਨੀ ਚਾਹੀਦੀ ਹੈ, ਨਾ ਕਿ ਇੱਧਰ ਉੱਧਰ ਦਾ ਸਹਾਰਾ ਰੱਖ ਕੇ। ਕਿਉਂਕਿ ਜਦੋਂ ਇੱਧਰ ਉੱਧਰ ਦੀ ਚੱਕਤ ਵਿੱਚ ਆ ਕੇ ਬੰਦਾ ਕੰਮ ਤਾਂ ਕਰ ਲੈਂਦਾ ਹੈ, ਲੇਕਿਨ ਉਸ ਤੋਂ ਬਾਅਦ ਜਿਹੜਾ ਪਛਤਾਵਾ ਹੈ ਜਾਂ ਪਛਤਾਉਣਾ ਪੈਂਦਾ ਹੈ, ਉਹ ਵੀ ਠੀਕ ਨਹੀਂ ਹੁੰਦਾ। ਇਸ ਕਰਕੇ ਜੇ ਤੁਸੀਂ ਸੱਚੇ ਹੋ, ਜੇ ਤੁਹਾਡੇ 'ਤੇ ਕੋਈ ਇਸ ਤਰ੍ਹਾਂ ਦਾ, ਜਿਹਨੂੰ ਆਪਾਂ ਪੰਜਾਬੀ 'ਚ ਕਲੰਕ ਕਹਿ ਦਿੰਦੇ ਹਾਂ, ਦਾਗ ਕਹਿ ਦਿੰਦੇ ਹਾਂ, ਤਾਂ ਫਿਰ ਤੁਹਾਨੂੰ ਸੱਚਾਈ ਕਹਿਣ ਤੋਂ ਵੀ ਗਰੇਜ਼ ਜਾਂ ਕੋਈ ਪਰਹੇਜ਼ ਨਹੀਂ ਕਰਨਾ ਚਾਹੀਦਾ। ਬਹੁਤ ਸਾਰੇ ਪਾਸੇ ਹੀ ਇਹ ਗੱਲ ਬਿਖਰੀ ਹੋਈ ਹੈ, ਹਰ ਇੱਕ ਪਾਸੇ ਹੀ ਇਸ ਵਕਤ ਹਰ ਇੱਕ ਇਨਸਾਨ ਹੀ ਆਪਣਾ ਫਾਇਦਾ ਲੈਣ ਦੇ ਚੱਕਰ ਵਿੱਚ ਹੈ, ਚਾਹੇ ਪਾਰਟੀ ਕੋਈ ਵੀ ਹੋਵੇ। ਇਹ ਨਹੀਂ ਮੈਂ ਕਹਿੰਦਾ ਕਿ ਕੋਈ ਕਿਹੜੀ ਪਾਰਟੀ ਹੈ, ਪਾਰਟੀਆਂ ਬਹੁਤ ਹਨ ਮੈਦਾਨ ਦੇ ਵਿੱਚ। ਕਿਉਂਕਿ ਜਦੋਂ ਅਖਾੜੇ ਦੇ ਵਿੱਚ ਪਹਿਲਵਾਨ ਜਾਂਦੇ ਹਨ ਤਾਂ ਹਰੇਕ ਬੰਦਾ ਇਹੋ ਹੀ ਉਮੀਦ ਰੱਖਦਾ ਹੈ ਕਿ ਮੈਂ ਜਿੱਤ ਕੇ ਹੀ ਘਰ ਨੂੰ ਆਉਣਾ ਹੈ। ਲੇਕਿਨ ਪਟਕਾ ਇੱਕ ਨੇ ਹੀ ਜਿੱਤਣਾ ਹੁੰਦਾ ਹੈ। ਪਟਕੇ ਦਾ ਘੋਲ ਜਿਹੜਾ ਹੈ ਉਹ ਪੰਜਾਬੀ ਜਿਹਨੇ ਕਹਿੰਦੇ ਮਾਂ ਦਾ ਦੁੱਧ ਪੀਤਾ ਹੁੰਦਾ ਨਾ, ਠੁੱਡੇ ਮਾਰ ਮਾਰ ਕੇ ਉਹ ਹੀ ਹੱਥ ਪਾਉਂਦਾ ਹੈ ਫਿਰ ਪਟਕੇ ਨੂੰ। ਫਿਰ ਪਤਾ ਲੱਗਦਾ ਹੈ ਕਾਬਲੀਅਤ ਕੀ ਹੈ, ਇਨਸਾਨੀਅਤ ਕੀ ਹੈ। ਫਿਰ ਉੱਥੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੁੰਦਾ ਹੈ। ਕਿਉਂਕਿ ਇਹ 5 ਸਾਲ ਦੀ ਗੱਲ ਹੈ, ਕੋਈ 1-2 ਦਿਨ ਦੀ ਗੱਲ ਨਹੀਂ ਹੁੰਦੀ। ਆਪਾਂ ਬਹੁਤ ਸਾਰੀਆਂ ਸਪੀਚਾਂ ਸੁਣਦੇ ਹਾਂ, ਬੜੀਆਂ ਵੱਡੀਆਂ ਛੱਡਦੇ ਹਨ ਜਦੋਂ ਕਿਤੇ ਇਕੱਠ ਹੁੰਦਾ ਹੈ। ਪਿੱਛੇ ਜੇ ਬੰਗਾ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ, ਉਸ ਸਟੇਜ 'ਤੇ ਵੀ ਸੁਣਨ ਨੂੰ ਬਹੁਤ ਕੁਝ ਮਿਲਦਾ ਹੈ। ਹਰੇਕ ਨੇ ਆ ਕੇ, ਕਿਉਂਕਿ 1000-1500 ਦਾ ਇੱਕ ਨੀਂਹ ਪੱਥਰ ਬਣਵਾ ਕੇ ਰੱਖ ਜਾਣਾ ਹੈ, ਲੇਕਿਨ ਉਹਦੀ ਉਸਾਰੀ ਕਦੋਂ ਹੋਣੀ ਹੈ। ਹੁਣ ਜੇ ਅਸੀਂ ਕਾਂਸ਼ੀ ਬਨਾਰਸ ਮੰਦਿਰ ਦੀ ਗੱਲ ਕਰੀਏ, ਉੱਥੇ ਵੀ ਬਹੁਤ ਸਾਰੇ ਵਾਅਦੇ ਕੀਤੇ ਜਾਂਦੇ ਹਨ, ਬਹੁਤ ਸਾਰੀਆਂ ਸਪੀਚਾਂ ਕੀਤੀਆਂ ਜਾਂਦੀਆਂ ਹਨ, ਲੇਕਿਨ ਕਹਿਣ ਅਤੇ ਕਰਨ ਦੇ ਵਿੱਚ, ਕਿਉਂਕਿ ਕਹਿਣ ਨੂੰ ਤਾਂ ਮੈਂ ਵੀ ਬੈਠ ਕੇ ਬਹੁਤ ਕੁਝ ਕਹਿ ਸਕਦਾ ਹਾਂ, ਉਹਨੂੰ ਇੰਪਲੀਮੈਂਟ ਕਰਕੇ ਦਿਖਾਉਣਾ ਵੀ ਜ਼ਰੂਰੀ ਹੈ। ਅਸੀਂ ਵੀ ਕੀ ਕਰਦੇ ਹਾਂ ਕਿ ਦੇਖਦੇ ਹਾਂ ਕਿ ਲਓ ਜੀ ਜਿਹੜਾ ਕੋਈ ਬਹੁਤ ਧੜੱਲੇਦਾਰ ਹੈ, ਸੱਦੇ ਤਾਂ ਬਹੁਤ ਜਣਿਆਂ ਨੂੰ ਦੇ ਦਿੰਦੇ ਹਾਂ, ਲੇਕਿਨ ਕੋਈ ਬਿਰਲਾ ਹੀ ਉਹ ਮੈਦਾਨ 'ਚ ਆ ਕੇ ਕੰਮ ਕਰਵਾ ਕੇ ਦਿੰਦਾ ਹੈ। ਔਰ ਪਿੱਛੇ ਜੇ ਇੱਕ ਸੋਸ਼ਲ ਮੀਡੀਆ 'ਤੇ ਦੇਖਿਆ ਸੀ ਕਿ ਇਸ ਗੁਰਪੁਰਬ ਤੱਕ ਉਹ ਸਾਰੀ ਜਿਹੜੀ ਕੰਮ ਚੱਲ ਰਹੇ ਹਨ ਉਹ ਪੂਰੇ ਹੋ ਜਾਣੇ ਹਨ। ਮਹੀਨੇ ਵਿੱਚ ਸਿਰਫ ਦਸੰਬਰ ਗਿਆ, ਜਨਵਰੀ ਅਤੇ ਫਰਵਰੀ 2 ਮਹੀਨੇ ਲਗਭਗ ਹਨ, ਜਿਹਦੇ ਵਿੱਚ ਦੇਖਦੇ ਹਾਂ ਕਿ ਉਹ ਕਿੰਨੇ ਕੁ ਪ੍ਰੋਜੈਕਟ ਪੂਰੇ ਹੁੰਦੇ ਹਨ। ਬਹੁਤ ਸਾਰੇ ਗੱਲਾਂ ਬਾਤਾਂ ਕਰ ਲੈਂਦੇ ਹਨ, ਉਸ ਦਾ ਸਹਾਰਾ ਲੈ ਕੇ ਪੈਸਾ ਇਕੱਠਾ ਵੀ ਕਰ ਲੈਂਦੇ ਹਨ, ਲੇਕਿਨ ਉਹ ਪੈਸਾ ਲੱਗਦਾ ਕਿੱਥੇ ਹੈ ਉਹ ਅੱਜ ਤੱਕ ਨਹੀਂ ਕਿਸੇ ਨੂੰ ਵੀ ਪਤਾ।
लेकिन कोई भी काम करिए, कोई भी प्रोजेक्ट लैके आइए, जे ਅਸੀਂ ਉਹਨੂੰ ਪੂਰਾ ਨਹੀਂ ਕਰ ਸਕਦੇ ਤਾਂ ਸਾਨੂੰ ਉਹਦੀ ਗੱਲ ਵੀ ਨਹੀਂ ਕਰਨੀ ਚਾਹੀਦੀ। ਇਸ ਕਰਕੇ ਦਾਸ ਸਾਰਿਆਂ ਨੂੰ ਹੀ ਇਹ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਕੋਈ ਵੀ ਕੰਮ ਕਰਨਾ ਹੈ, ਬੋਰਡ ਦਾ ਇਸਤੇਮਾਲ ਕਰਨਾ ਹੈ ਤੇ ਬਹੁਤ ਸੋਚ ਸਮਝ ਕੇ ਆਪਾਂ ਸਾਰਿਆਂ ਨੂੰ ਵੋਟ ਪਾਉਣੀ ਹੈ। ਔਰ ਇਹਦੇ ਵਿੱਚ ਕਿਉਂਕਿ ਇਹ 5 ਸਾਲ ਦੀ ਨੁਮਾਇੰਦਾ ਚੁਣਨਾ ਹੁੰਦਾ ਹੈ। ਔਰ ਨਾਲ ਹੀ ਦਾਸ ਬੇਨਤੀ ਕਰਦਾ ਹੈ, ਕੱਲ੍ਹ ਦਾ ਪ੍ਰੋਗਰਾਮ ਰਾਜ ਮਾਨਕ ਜੀ ਲੈ ਕੇ ਆ ਰਹੇ ਹਨ ਔਰ ਨੈਕਸਟ ਸੰਡੇ ਜਿਹੜਾ ਪ੍ਰੋਗਰਾਮ ਹੈ ਬਹੁਤ ਵਧੀਆ ਇੱਕ ਜਿਹੜਾ ਅਮਰਜੀਤ ਮਾਲ ਜੀ ਪ੍ਰੋਗਰਾਮ ਲੈ ਕੇ ਆ ਰਹੇ ਹਨ। ਉਹਦੇ ਵਿੱਚ ਜੋ ਬਰਮਿੰਘਮ ਗਲੋਬਲੈਂਡ ਤੇ ਗੁਰੂ ਘਰ ਹੈ ਸਾਡੇ, ਉਹਦੇ ਵਿੱਚ ਪ੍ਰਧਾਨਗੀ ਤੇ ਲਓ ਇੱਕ ਬ੍ਰੇਕ ਵੱਲ ਚੱਲਦੇ ਹਾਂ। ਬ੍ਰੇਕ ਤੋਂ ਬਾਅਦ ਇਸੇ ਤਰ੍ਹਾਂ ਪ੍ਰੋਗਰਾਮ ਜਾਰੀ ਰੱਖਾਂਗੇ। ਜੈ ਗੁਰਦੇਵ, ਧੰਨ ਗੁਰਦੇਵ ਜੀ। ਕਰ ਹੀ ਰਿਹਾ ਸੀ ਕਿਉਂਕਿ ਮੈਂ ਸਾਰੇ ਦਾ ਸਾਰਾ ਜੋ ਬਹੁਤ ਸਾਰੇ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ। ਜਿਵੇਂ ਕਿ ਇਲੈਕਸ਼ਨ ਦੀ ਗੱਲ ਕਰ ਰਿਹਾ ਸੀ ਕਿ ਆਉਣ ਵਾਲੇ ਜੋ ਨਵਾਂ ਸਾਲ ਹੈ, ਇੱਕ ਤਾਂ 1 ਤਰੀਕ ਇਹ ਜ਼ਰੂਰ ਲਿਖ ਲਓ ਕਿ ਡਿਨਰ ਐਂਡ ਡਾਂਸ ਪ੍ਰੋਗਰਾਮ ਲੈ ਕੇ ਆ ਰਿਹਾ ਹੈ ਏਕਤਾ ਟੀਵੀ, ਜਿਹਦੀਆਂ ਬਹੁਤ ਸਾਰੀਆਂ ਤੁਹਾਡੇ 'ਤੇ ਮੈਂ ਉਮੀਦਾਂ ਰੱਖ ਕੇ ਬੈਠਾ ਹਾਂ। ਦੂਸਰੀ ਬੇਨਤੀ ਇਹ ਹੈ ਕਿ ਜੋ ਗਲੋਬਲੈਂਡ 'ਤੇ ਗੁਰੂਆਂ ਦੇ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰੂ ਰਵਿਦਾਸ ਭਵਨ ਹੈ, ਉਹਦੇ ਵਿੱਚ ਵੀ ਪ੍ਰਧਾਨਗੀ ਦਾ ਇਲੈਕਸ਼ਨ ਹੋਣ ਜਾ ਰਿਹਾ ਹੈ। 9 ਜਨਵਰੀ ਦਿਨ ਐਤਵਾਰ ਹੈ ਔਰ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਵੋਟਿੰਗ ਕਾਰਡ ਨਹੀਂ ਬਣਾਏ ਉਹ ਵੀ ਮਿਹਰਬਾਨੀ ਕਰਕੇ ਕਾਰਡ ਬਣਾ ਲਓ। ਲੇਕਿਨ ਇੱਕ ਚੀਜ਼ ਦਾ ਖਿਆਲ ਜ਼ਰੂਰ ਰੱਖਿਓ, ਜਿਹੜੀ ਦਾਸ ਨੇ ਬੇਨਤੀ ਕੀਤੀ ਹੈ, ਅਪੀਲ ਕੀਤੀ ਹੈ ਤੁਹਾਡੇ ਅੱਗੇ, ਨੁਮਾਇੰਦਾ ਉਹ ਹੀ ਚੁਣਿਓ ਜਿਹੜਾ ਕੌਮ ਦੀ ਸੇਵਾ ਕਰ ਸਕੇ। ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਬੰਦੇ ਇਸ਼ੂਕ ਹੁੰਦੇ ਹਨ ਜਿਨ੍ਹਾਂ ਨੂੰ ਘਰ ਦੀਆਂ ਹੀ ਵੋਟਾਂ ਨਹੀਂ ਪੈਣੀਆਂ ਹੁੰਦੀਆਂ, ਲੇਕਿਨ ਉਹ ਪ੍ਰਧਾਨਗੀ ਲਈ ਦਾਅਵੇਦਾਰ ਬਣ ਜਾਂਦੇ ਹਨ। ਕਿਉਂਕਿ ਆਪਣਾ ਮਜ਼ਾਕ ਆਪ ਨਾ ਕਰਵਾਇਆ ਕਰੋ, ਕਿਉਂਕਿ ਸੰਗਤ ਦੇ ਵਿੱਚ ਵਿਚਰਨ ਦੇ ਲਈ, ਸੰਗਤ ਦੇ ਵਿੱਚ ਆਉਣ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਦੀ, ਕਿਉਂਕਿ ਜਦੋਂ ਇਹ ਇਲੈਕਸ਼ਨ ਹੋਣਾ ਹੈ ਔਰ ਸੰਗਤ ਨੇ ਇਹ ਚੀਜ਼ ਦੇਖਣੀ ਹੁੰਦੀ ਹੈ ਕਿ ਗੁਰੂ ਘਰ ਦਾ ਨੁਮਾਇੰਦਾ ਔਰ ਇੱਕ ਹੋਰ ਜੋ ਇਹ ਦਾਸ ਦੀ ਆਪਣੀ ਵਿਚਾਰ ਹਨ। ਕੋਸ਼ਿਸ਼ ਕਰੋ ਗੁਰੂ ਘਰਾਂ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਉਪਰਾਲਾ ਕਰ ਦਿਓ ਕਿ 2 ਸਾਲ ਤੋਂ ਬਾਅਦ ਆਟੋਮੈਟਿਕ ਹੀ ਇਹ ਕਮੇਟੀਆਂ ਚੇਂਜ ਹੋਣੀਆਂ ਚਾਹੀਦੀਆਂ ਹਨ। ਕਿਉਂਕਿ ਕਈਆਂ ਥਾਵਾਂ 'ਤੇ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਇੱਛਾਧਾਰੀ ਵਾਲੀ ਗੱਲ ਹੋ ਜਾਂਦੀ ਹੈ ਕਿ ਉਹ ਕੁੰਡਲੀ ਮਾਰ ਕੇ ਬੈਠਣ ਵਾਲੀ ਗੱਲ ਹੈ ਕਿ ਗਾਂ ਕਿਸੇ ਨੂੰ ਮੌਕਾ ਹੀ ਨਹੀਂ ਦੇਣਾ। ਕਿਉਂਕਿ ਬਹੁਤ ਸਾਰੇ ਨੌਜਵਾਨ ਹਨ, ਠੀਕ ਹੈ, ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਸਾਡੇ ਬਜ਼ੁਰਗ ਕਨਸਟੀਟਿਊਸ਼ਨ ਜਿਹੜਾ ਲਿਖ ਕੇ ਗਏ ਹਨ, ਕਿਉਂਕਿ ਅੱਜ ਤੋਂ 50 ਸਾਲ ਪਹਿਲਾਂ ਜਾਂ ਅੱਜ ਤੋਂ 60 ਸਾਲ ਪਹਿਲਾਂ ਵਿਚਾਰ ਹੋਰ ਸਨ ਔਰ ਅੱਜ ਤੋਂ 50 ਸਾਲ ਪਹਿਲਾਂ ਨਾ ਤਾਂ ਇਹ ਮੋਬਾਈਲ ਹੀ ਸੀ, ਨਾ ਇਹ ਕੋਈ ਸੋਸ਼ਲ ਮੀਡੀਆ ਹੀ ਸੀ, ਕਿਉਂਕਿ ਉਸ ਵਕਤ ਇਹ ਸਾਡੀ ਕੌਮ ਦਾ ਤਾਂ ਕੋਈ ਮੀਡੀਆ ਹੈ ਹੀ ਨਹੀਂ ਸੀ ਨਾ।
ਜੇ ਹੁਣ ਉਸ ਮਾਲਕ ਨੇ ਸਾਨੂੰ ਇਹ ਚਾਂਸ ਦਿੱਤਾ ਹੈ, ਮੌਕਾ ਦਿੱਤਾ ਹੈ, ਤਾਂ ਇਹਦਾ ਸਾਨੂੰ ਲਾਭ ਫਾਇਦਾ ਜ਼ਰੂਰ ਉਠਾਉਣਾ ਚਾਹੀਦਾ ਹੈ। ਔਰ ਅਸੀਂ ਸੰਸਥਾਵਾਂ ਬਣਾ ਕੇ ਆਪਣਾ ਆਪਣਾ ਨਾਂ ਚਮਕਾਉਣ ਦੇ ਚੱਕਰ ਦੇ ਵਿੱਚ ਹੈ, ਚੌਧਰਾਂ ਦੇ ਵਿੱਚ ਹੀ ਹੈ। ਕਿਉਂਕਿ ਦਾਸ ਨੇ ਪਹਿਲਾਂ ਹੀ ਗੱਲ ਕੀਤੀ ਸੀ, ਕਿਉਂਕਿ ਮੇਰੀ ਆਦਤ ਹੈ ਕਿ ਸੱਚ ਦਾ ਸਹਾਰਾ ਲੈਣਾ, ਸੱਚ ਹੀ ਬੋਲਣਾ, ਸੱਚ ਦੀ ਹੀ ਗੱਲ ਕਰਨੀ ਚਾਹੀਦੀ ਹੈ। ਕਿ ਅਗਰ ਅਸੀਂ ਸਭਾ ਸੁਸਾਇਟੀ ਬਣਾਉਂਦੇ ਹਾਂ, ਤੇ ਜੇ ਅਸੀਂ ਉਹ ਸਭਾ ਸੁਸਾਇਟੀ ਬਣਾ ਕੇ ਆਪਣੀਆਂ ਹੀ ਫੋਟੋਆਂ ਲਾਈ ਜਾਣੀਆਂ ਜਾਂ ਆਪਣੇ ਪੋਸਟਰ ਬਣਾ ਕੇ ਦੱਸੀ ਜਾਣੇ, ਤਾਂ ਜਾਂ ਮੈਂ ਆਹ ਫਲਾਨੀ ਜਗ੍ਹਾ 'ਤੇ ਉਹ ਕਰ ਦਿੱਤਾ, 10-20-50 ਪੌਂਡ ਖਰਚ ਕੇ ਅਸੀਂ ਆਪਣੀ ਬੱਲੇ ਬੱਲੇ ਕਰਾਈ ਜਾਣੀ, ਉਹ ਸ਼ੋਭਾ ਨਹੀਂ ਦਿੰਦੇ। ਕਿਉਂਕਿ ਸਾਡੇ ਅਗਰ ਅਸੀਂ ਆਪਣੇ ਪਿਛੋਕੜ ਵੱਲ ਝਾਤੀ ਮਾਰੀਏ, ਬਹੁਤ ਸਾਰੇ ਪਰਿਵਾਰ ਹਨ, ਉਹਨਾਂ ਦਾ ਸਹਾਰਾ ਬਣੋ। ਬੇਲੋੜਮੰਦ ਦਾ ਸਹਾਰਾ ਬਣੋ। ਜਿਵੇਂ ਕਿ ਏਕਤਾ ਟੀਵੀ ਨੇ ਉਪਰਾਲਾ ਕੀਤਾ ਸੀਗਾ, ਸੰਗਰੂਰ ਦੇ ਵਿੱਚ ਇੱਕ ਸਿਲਾਈ ਸੈਂਟਰ ਖੋਲ੍ਹਿਆ ਗਿਆ, ਔਰ ਉਹ ਸਿਲਾਈ ਸੈਂਟਰ ਖੋਲ੍ਹਣ ਤੋਂ ਬਾਅਦ ਇੱਕ ਬਹੁਤ ਵਧੀਆ ਉਹਦੀ ਜਿਹੜੀ ਫੀਡਬੈਕ ਆਈ, ਉਹਨਾਂ ਨੇ ਫਿਰ ਰਿਕੁਐਸਟ ਕੀਤੀ, ਏਕਤਾ ਟੀਵੀ ਨੇ ਫਿਰ ਉਪਰਾਲਾ ਕੀਤਾ, ਫਿਰ 10 ਮਸ਼ੀਨਾਂ ਹੋਰ ਲੈ ਕੇ ਉਹਨਾਂ ਨੂੰ ਦਿੱਤੀਆਂ। ਇਹ ਜੋ ਉਪਰਾਲੇ ਹਨ, ਇਹ ਤੁਹਾਡਾ ਸਾਥ ਸਹਿਯੋਗ ਹੈ। ਜੇ ਅਸੀਂ ਕਹੀਏ ਲਓ ਜੀ, ਜਾਂ ਬਲਦੇਵ ਰਾਣਾ ਸਰੋਏ ਨੇ ਜਾਂ ਕਿਸੇ ਹੋਰ ਮੈਂਬਰ ਨੇ ਇਹ ਕੰਮ ਕਰ ਲਿਆ, ਨਹੀਂ, ਇਹ ਸਾਰਿਆਂ ਦਾ ਸਾਥ ਸਹਿਯੋਗ ਸੀ, ਤਦੇ ਹੀ ਉਹ ਉਪਰਾਲਾ ਕੀਤਾ ਗਿਆ। ਉੱਥੇ ਸਾਡੀਆਂ ਬੱਚੀਆਂ, ਸਾਡੀਆਂ ਬੇਟੀਆਂ, ਸਾਡੀਆਂ ਭੈਣਾਂ, ਬਜ਼ੁਰਗ ਉੱਥੇ ਜਾ ਕੇ ਜੋ ਸਿਲਾਈ ਸਿੱਖਦੇ ਹਨ, ਆਪਣਾ ਰੁਜ਼ਗਾਰ ਚਲਾਉਂਦੇ ਹਨ, ਆਪਣਾ ਪਰਿਵਾਰ ਪਾਲਣਗੇ। ਕੱਲ੍ਹ ਨੂੰ ਅਗਰ ਦਿਨ ਦੇ ਵਿੱਚ ਇੱਕ ਸੂਟ ਵੀ ਸਿਲਾਈ ਕੀਤਾ ਜਾਵੇ, ਤੇ ਮੇਰਾ ਖਿਆਲ ਹੈ ਵੀ 400-500 ਰੁਪਈਆ ਜਾਂ 600 ਰੁਪਈਆ ਜਿਹੜੀ ਸਿਲਾਈ ਉੱਤੇ ਜੋ ਵੀ ਰੇਟ ਚੱਲਦਾ ਹੈ, ਤਾਂ ਉਹ ਬੜੇ ਵਧੀਆ ਤਰੀਕੇ ਦੇ ਨਾਲ ਇੱਕ ਉਪਰਾਲਾ ਹੈ। ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ, ਇਕੱਲਾ ਹੀ ਪੋਸਟਰ ਬਣਾ ਬਣਾ ਕੇ ਲਾਉਣ ਦੇ ਨਾਲ ਕੁਝ ਨਹੀਂ ਹੋਣਾ। ਤੇ ਜਿਹੜੀ ਗੱਲ ਬੋਰਡ ਦੀ ਮੈਂ ਕਰ ਰਿਹਾ ਹਾਂ, ਇਹ ਬਾਰ-ਬਾਰ ਮੈਂ ਤਾਂ ਰਿਪੀਟ ਕਰ ਰਿਹਾ ਹਾਂ ਕਿ ਕਿਉਂਕਿ ਇਨਸਾਨ ਨੂੰ ਚਾਂਸ ਬਹੁਤ ਘੱਟ ਮਿਲਦਾ ਹੈ। ਲੇਕਿਨ ਇੱਕ ਹੋਰ ਗੱਲ ਜਿਹੜੀ ਉਹਦੇ ਨਾਲ ਹੀ ਰਿਲੇਟਡ ਹੈ, ਜਿਹੜੀ ਕਿ ਅਸੀਂ ਆਪਣਾ ਜ਼ਮੀਰ ਵੇਚਦੇ ਹਾਂ, ਉਸ ਵਕਤ ਕੀ ਕਰਦੇ ਹਾਂ ਕਿ ਅਸੀਂ ਬੋਤਲ ਤੇ ਵਿਕ ਜਾਂਦੇ ਹਾਂ। ਬਹੁਤ ਸਾਰੇ ਇਸ ਤਰ੍ਹਾਂ ਦੇ ਬੰਦੇ ਹੁੰਦੇ ਹਨ ਜਿਹੜੇ ਪੈਸਾ ਦੇ ਕੇ ਆਪਣੀ ਵੱਲ ਖਿੱਚ ਲੈਂਦੇ ਹਨ। ਇਸ ਵਾਰ ਆਪਣੇ ਜ਼ਮੀਰ ਨੂੰ ਤਕੜਾ ਰੱਖੋ, ਆਪਣਾ ਇਸ ਤਰ੍ਹਾਂ ਦਾ ਇੱਕ ਸੁਭਾਅ ਬਣਾਓ, ਇਸ ਤਰ੍ਹਾਂ ਦਾ ਇੱਕ ਪ੍ਰਣ ਕਰੋ, ਇਸ ਤਰ੍ਹਾਂ ਦਾ ਇੱਕ ਉਪਰਾਲਾ ਕਰੋ ਕਿ ਆਪਾਂ ਨੁਮਾਇੰਦਾ ਉਹ ਲੈ ਕੇ ਆਉਣਾ ਹੈ ਜਿਹੜਾ ਕੌਮ ਦੀ ਸਾਂਝੀਵਾਲਤਾ ਦੀ ਗੱਲ ਕਰ ਸਕੇ। ਔਰ ਦੂਸਰੀ ਗੱਲ, ਏਕਤਾ ਟੀਵੀ ਨੇ ਜਿੰਨਾ ਵੀ ਅੱਜ ਤੱਕ ਕੋਈ ਵੀ ਉਪਰਾਲਾ ਕੀਤਾ ਹੈ, ਔਰ ਹਿਸਾਬ ਪੱਖੋਂ ਵੀ ਤੁਹਾਨੂੰ ਪੈਨੀ ਦਾ ਹਿਸਾਬ ਜਿਹੜਾ ਦਿੱਤਾ ਜਾਂਦਾ ਹੈ। ਜੇ ਅਸੀਂ 100 ਇਕੱਠਾ ਕਰਦੇ ਹਾਂ ਤਾਂ ਕਦੀ 1000 ਨਹੀਂ ਕਿਹਾ, ਜੇ 1000 ਇਕੱਠਾ ਕਰਦੇ ਤਾਂ ਅਸੀਂ ਕਦੀ ਲੱਖ ਨਹੀਂ ਕਿਹਾ। ਕਿਉਂਕਿ ਇਹ ਜੋ ਵੀ ਕੰਮ ਹੈ, ਸਾਰਾ ਤੁਹਾਡੇ ਸਾਥ ਸਹਿਯੋਗ ਦੇ ਨਾਲ ਉਪਰਾਲਾ ਕੀਤਾ ਜਾਂਦਾ ਹੈ। ਔਰ ਇਹ ਕੋਈ ਵੀ ਨੁਮਾਇੰਦਾ ਜਾਂ ਕੋਈ ਵੀ ਸੇਵਾਦਾਰ ਇੱਥੇ ਇਹ ਦੱਸਦਾ ਇਸ ਤਰ੍ਹਾਂ ਦਾ ਨਹੀਂ ਕਿ ਦੂਸਰੇ ਨੂੰ ਪਿੱਛੇ ਕਰਕੇ ਜਾਂ ਆਪਣੀ ਫੋਟੋ ਖਿਚਵਾਈ ਜਾਣੀ ਜਾਂ ਆਪਣੀ ਬੱਲੇ ਬੱਲੇ ਕਰਵਾਈ ਜਾਣੀ, ਇਸ ਤਰ੍ਹਾਂ ਦਾ ਵੀ ਕੋਈ ਕੰਮ ਨਹੀਂ ਹੈ। ਔਰ ਜੋ ਇਹ ਡਿਨਰ ਐਂਡ ਡਾਂਸ ਵੀ ਰੱਖਿਆ ਗਿਆ ਹੈ, ਇਹ ਦਾਸ ਫਿਰ ਰਿਪੀਟ ਕਰ ਦੇਵੇ, ਹਰੇਕ ਪ੍ਰੈਜੈਂਟਰ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਹੈ। 15 ਦਸੰਬਰ ਮਾਫ ਕਰਨਾ, 15 ਦਸੰਬਰ ਨੂੰ ਅਸੀਂ ਇਹ ਸਟੂਡੀਓ ਖੋਲ੍ਹਿਆ ਸੀ, ਔਰ ਇਸ 15 ਦਸੰਬਰ ਨੂੰ ਇਹਨੂੰ 2 ਸਾਲ ਪੂਰੇ ਹੋ ਜਾਣੇ ਹਨ। ਔਰ ਜਿਹੜਾ ਪਿੱਛੇ ਦਾ 1.5 ਸਾਲ ਹੈ, ਉਹ ਤਾਂ ਸਾਡਾ ਕਰੋਨਾ ਦੇ ਵਿੱਚ ਹੀ ਨਿਕਲ ਗਿਆ। ਹੁਣ ਵੀ ਹਾਲਾਤ ਇਸ ਤਰ੍ਹਾਂ ਦੇ ਬਣਦੇ ਜਾ ਰਹੇ ਹਨ। ਅਗਰ ਲੋੜ ਪਈ, ਕਿਉਂਕਿ ਗਵਰਨਮੈਂਟ ਦੀ ਗਾਈਡਲਾਈਨ ਨੂੰ ਸਾਨੂੰ ਮੰਨਣਾ ਹੀ ਪੈਣਾ ਹੈ, ਹੋ ਸਕਦਾ ਕਿ ਪੋਸਟਪੋਨ ਵੀ ਕਰ ਦਿੱਤਾ ਜਾਵੇ ਅਗਰ ਲੋੜ ਪਈ ਤਾਂ। ਤੇ ਜੇ ਇਸ ਤਰ੍ਹਾਂ ਦਾ ਹੀ ਮਾਹੌਲ ਰਿਹਾ, ਔਰ ਉਸ ਮਾਲਕ ਦੇ ਅੱਗੇ, ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਇਹੋ ਹੀ ਬੇਨਤੀ ਕਰਦਾ ਹਾਂ ਕਿ ਮਾਹੌਲ ਇਸ ਤਰ੍ਹਾਂ ਦਾ ਹੀ ਬਣਿਆ ਰਹੇ, ਖੁਸ਼ੀ ਖੁਸ਼ਹਾਲੀ ਸਾਰੇ ਪਾਸੇ ਦੇਖਣ ਨੂੰ ਮਿਲੇ। ਕਿਉਂਕਿ ਬਹੁਤ ਦੇਰ ਬਾਅਦ ਇਹ ਚਾਂਸ ਮਿਲਣਾ ਹੈ, ਔਰ ਬਹੁਤ ਸਾਰੇ ਫੰਕਸ਼ਨ ਹੁੰਦੇ ਆ ਰਹੇ ਹਨ, ਹੋ ਰਹੇ ਹਨ, ਔਰ ਹੋਣੇ ਵੀ ਹਨ। ਕਿਉਂਕਿ ਨਵੇਂ ਨਿਊ ਈਅਰ 'ਤੇ ਤਾਂ ਬਹੁਤ ਸਾਰੇ ਫੰਕਸ਼ਨ ਹਨ। ਹੁਣ ਜਿਵੇਂ ਕਿ 25 ਦਸੰਬਰ ਨੂੰ ਕ੍ਰਿਸਮਸ ਆ ਜਾਣੀ ਹੈ, ਕਿਉਂਕਿ ਇੱਥੇ ਦੀ ਗਵਰਨਮੈਂਟ
ਨੂੰ ਆਪਾਂ ਦੇਖੀਏ ਜਾਂ ਇੱਥੇ ਦੇ ਹਾਲਾਤ ਨੂੰ ਦੇਖੀਏ, ਸਾਡੇ ਕੋਲ ਤਾਂ ਬਹੁਤ ਸਾਰੇ ਦਿਨ ਤਿਉਹਾਰ ਹੁੰਦੇ ਹਨ ਔਰ ਕੋਈ ਵੀ ਮਹੀਨਾ ਇਸ ਤਰ੍ਹਾਂ ਦਾ ਨਹੀਂ ਨਿਕਲਦਾ ਕਿ ਜਿਹਦੇ ਵਿੱਚ ਦਿਨ ਤਿਉਹਾਰ ਨਹੀਂ ਆਉਂਦਾ। ਲੇਕਿਨ ਇਹਨਾਂ ਦਾ ਇੱਕੋ ਹੀ ਇੱਕ ਤਿਉਹਾਰ ਹੁੰਦਾ ਹੈ, ਕ੍ਰਿਸਮਸ। ਔਰ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਉਸ ਦਿਨ ਨੂੰ ਸਾਰੇ ਰਲ ਕੇ ਸੈਲੀਬ੍ਰੇਟ ਕਰੀਏ, ਇੰਜੋਏ ਕਰੀਏ, ਕਿਉਂਕਿ ਬਹੁਤ ਸਾਰਾ ਇੱਕ ਦੂਸਰੇ ਨੂੰ ਮਾਣ ਸਤਿਕਾਰ ਦਈਏ। ਬੱਚਿਆਂ ਨੇ ਘਰਾਂ ਦੇ ਵਿੱਚ ਦੇਖਿਆ ਹੋਣਾ ਕਿ ਕ੍ਰਿਸਮਸ ਟਰੀ ਲਾਏ ਹੋਏ ਹਨ ਔਰ ਬਹੁਤ ਸਾਰੇ ਪਰਿਵਾਰ ਇਕੱਠੇ ਹੋ ਕੇ ਉਸ ਦਿਨ ਨੂੰ ਇੱਕ ਪਾਰਟੀ ਕਰਦੇ ਹਨ, ਕਿਉਂਕਿ ਉਸ ਦਿਨ ਨੂੰ ਵੱਡਾ ਦਿਨ ਵੀ ਗਿਣਿਆ ਜਾਂਦਾ ਹੈ। ਔਰ ਸਾਡਾ ਵੀ ਫਰਜ਼ ਬਣਦਾ ਹੈ ਕਿ ਇਸ ਪਾਰਟੀ ਦੇ ਵਿੱਚ ਏਕਤਾ ਟੀਵੀ ਵੱਲੋਂ ਵੀ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਆਪਾਂ ਜ਼ਰੂਰ ਸਾਰਿਆਂ ਨੇ ਰਲ ਮਿਲ ਕੇ ਕ੍ਰਿਸਮਸ ਦਾ ਤਿਉਹਾਰ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਨਾਉਣਾ ਹੈ। ਔਰ ਸਾਨੂੰ ਜਿਹੜੀ ਅਸੀਂ ਡਿਨਰ ਐਂਡ ਡਾਂਸ ਦੀ ਮੈਂ ਬਾਰ-ਬਾਰ ਗੱਲ ਕਰਦਾ ਹਾਂ ਕਿ ਡਿਨਰ ਐਂਡ ਡਾਂਸ 'ਤੇ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਹੈ, ਇੱਕ ਦੂਸਰੇ ਨਾਲ ਮਿਲ ਵਰਤਨ ਵਧਾਉਣਾ ਹੈ। ਔਰ ਜਦੋਂ ਇਸ ਤਰ੍ਹਾਂ ਦੇ ਫੰਕਸ਼ਨ 'ਤੇ ਆਪਾਂ ਇਕੱਠੇ ਹੁੰਦੇ ਹਾਂ, ਕਿਉਂਕਿ ਇਹ ਸਬੱਬੀ ਇੱਕ ਚਾਂਸ ਮਿਲਦਾ ਹੈ ਔਰ ਇਸ ਦੇ ਵਿੱਚ ਬਹੁਤ ਸਾਰੇ ਫਾਇਦੇ ਹੋ ਜਾਂਦੇ ਹਨ, ਕਿਉਂਕਿ ਅਸੀਂ ਇਹ ਕੋਈ ਆਪਣੇ ਫਾਇਦੇ ਦੇ ਲਈ ਪ੍ਰੋਗਰਾਮ ਨਹੀਂ ਰੱਖਿਆ, ਇੱਕ ਮਨੋਰੰਜਨ ਦੇ ਲਈ, ਇੱਕ ਵਿਛੜੀਆਂ ਰੂਹਾਂ ਇਕੱਠੀਆਂ ਕਰਨ ਦੇ ਲਈ, ਰਿਸ਼ਤੇਦਾਰੀਆਂ ਵਧਾਉਣ ਦੇ ਲਈ, ਇੱਕ ਦੂਸਰੇ ਵਿੱਚ ਖਿੱਚ ਪੈਦਾ ਕਰਨ ਦੇ ਲਈ, ਦੂਰੀਆਂ ਨੂੰ ਨਜ਼ਦੀਕੀਆਂ 'ਚ ਬਦਲਣ ਦੇ ਲਈ। ਔਰ ਦਾਸ ਸਾਰਿਆਂ ਨੂੰ ਹੀ ਇਹ ਅਪੀਲ ਕਰਦਾ ਹੈ, ਬੇਨਤੀ ਕਰਦਾ ਹੈ ਕਿ ਉਸ ਦਿਨ ਨੂੰ ਸਾਡਾ ਸਾਥ ਸਹਿਯੋਗ ਦਿਓ ਔਰ ਲੋੜ ਪੈਣ 'ਤੇ ਵੀ ਅਸੀਂ ਸਾਰਿਆਂ ਨੂੰ ਹੀ ਰਿਕੁਐਸਟ ਕਰ ਸਕਦੇ ਹਾਂ, ਕਿਉਂਕਿ ਇਹ ਕਿਸੇ ਏਕਤਾ ਟੀਵੀ ਦਾ ਇਕੱਲੇ ਦਾ ਪ੍ਰੋਗਰਾਮ ਨਹੀਂ, ਤੁਹਾਡਾ ਆਪਣਾ ਪ੍ਰੋਗਰਾਮ ਹੈ। ਤੁਸੀਂ ਇਹਨੂੰ ਰਲ ਮਿਲ ਕੇ ਚਾਰ ਚੰਦ ਲਾਉਣੇ ਹਨ। ਔਰ ਜਿਵੇਂ ਮੈਂ ਗੱਲ ਕੀਤੀ ਸੀ ਕਿ ਬੈਡਫੋਰਡ ਕਮੈਂਟਰੀ ਅਸੀਂ ਗਏ ਸੀ, ਉੱਥੋਂ ਬਹੁਤ ਮਾਣ ਸਤਿਕਾਰ ਮਿਲਿਆ ਔਰ ਉਹਨਾਂ ਨੇ ਵਾਅਦੇ ਵੀ ਕੀਤੇ ਹਨ ਕਿ ਅਸੀਂ ਉੱਥੋਂ ਵੀ ਸੰਗਤ ਲੈ ਕੇ ਆਵਾਂਗੇ। ਵਿਚਾਰ ਵਟਾਂਦਰੇ ਵੀ ਹੋਣਗੇ, ਮਨੋਰੰਜਨ ਵੀ ਹੋਵੇਗਾ, ਨੱਚਣ ਟੱਪਣ ਵੀ ਹੋਵੇਗਾ, ਗੀਤ ਸੰਗੀਤ ਵੀ ਹੋਵੇਗਾ। ਮਿਊਜ਼ੀਸ਼ੀਅਨ ਜਿਹੜੇ ਆ ਆਲਰੇਡੀ ਲਾਈਵ ਪ੍ਰੋਗਰਾਮ ਦੇ ਲਈ ਅਰੇਂਜ ਕੀਤਾ ਗਿਆ ਹੈ, ਉਹ ਵੀ ਸਾਰੇ ਦਾ ਸਾਰਾ ਅਰੇਂਜ ਕੀਤਾ ਗਿਆ ਹੈ। ਔਰ ਕਿਸੇ ਨੇ ਵੀ ਕੋਈ ਵੀ ਗੀਤ ਕਵਿਤਾ ਜਾਂ ਕੁਝ ਵੀ ਬੋਲਣਾ ਹੋਵੇ, ਲੇਕਿਨ ਇੱਕੋ ਹੀ ਰਿਕੁਐਸਟ ਬਹੁਤ ਜ਼ਰੂਰੀ ਹੈ ਜਿਹੜਾ ਅੱਜ ਅਸੀਂ ਮੀਟਿੰਗ ਦੇ ਵਿੱਚ ਪਾਸ ਕੀਤਾ ਹੈ, ਕਿਉਂਕਿ ਉੱਥੇ ਨਾ ਤਾਂ ਕੋਈ ਅਸੀਂ ਕਿਸੇ ਪਾਰਟੀਬਾਜ਼ੀ ਦੀ ਜਾਂ ਕਿਸੇ ਸਿਆਸਤ ਦੀ ਕਿ ਇਸ ਤਰ੍ਹਾਂ ਦਾ ਕੋਈ ਵੀ ਉੱਥੇ ਗੱਲਬਾਤ ਨਹੀਂ ਕੀਤੀ ਜਾਵੇਗੀ। ਜਿਸ ਨੇ ਵੀ ਸਟੇਜ 'ਤੇ ਜਾ ਕੇ ਵਿਚਾਰ ਦੇਣੇ ਹਨ, ਇੱਕ ਸਿਰਫ ਇੱਕੋ ਹੀ ਮੁੱਦਾ ਹੈ, ਇੱਕੋ ਹੀ ਮਕਸਦ ਹੈ, ਇੱਕੋ ਹੀ ਨਿਸ਼ਾਨਾ ਹੈ, ਇੱਕੋ ਹੀ ਇਰਾਦਾ ਰੱਖਿਆ ਹੋਇਆ ਹੈ ਕਿ ਸਿਰਫ ਏਕਤਾ ਟੀਵੀ ਬਾਰੇ ਹੀ ਗੱਲਬਾਤ ਕੀਤੀ ਜਾਵੇਗੀ, ਨਾ ਕਿਸੇ ਹੋਰ ਦੀ ਕੋਈ ਗੱਲਬਾਤ ਕੀਤੀ ਜਾਵੇਗੀ। ਸਿਰਫ ਅਸੀਂ ਆਪਣੇ ਜੋ ਅਸੀਂ 2 ਸਾਲ 'ਚ ਕੀਤਾ ਹੈ ਉਸ ਬਾਰੇ ਵਿਚਾਰ ਕਰਾਂਗੇ, ਤੁਹਾਡੇ ਵਿਚਾਰ ਸੁਣਾਂਗੇ ਔਰ ਨਾਲ ਨਾਲ ਅਸੀਂ ਦੱਸਾਂਗੇ ਕਿ 2 ਸਾਲ ਦੇ ਵਿੱਚ ਏਕਤਾ ਟੀਵੀ ਨੇ ਕੀ ਉਪਰਾਲਾ ਕੀਤਾ ਹੈ ਔਰ ਜੋ ਅਸੀਂ ਕਰਨਾ ਚਾਹੁੰਦੇ ਹਾਂ ਜਾਂ ਆਉਣ ਵਾਲੇ ਜੋ ਪ੍ਰੋਜੈਕਟ ਹਨ ਜਾਂ ਆਉਣ ਵਾਲੇ ਜੋ ਇਰਾਦੇ ਅਸੀਂ ਰੱਖੇ ਹੋਏ ਹਨ, ਉਸ ਦਿਨ ਨੂੰ ਉਹ ਵੀ ਸਟੇਜ 'ਤੇ ਦੱਸਾਂਗੇ। ਲੇਕਿਨ ਹੋਣਾ ਸਾਰਾ ਕੁਝ ਤੁਹਾਡੇ ਸਾਥ ਸਹਿਯੋਗ ਦੇ ਨਾਲ ਹੈ ਔਰ ਇੱਕੋ ਹੀ ਆਸ, ਆਪਣੀ ਚਾਹਤ ਜਿਹੜੀ ਗੁਰੂਆਂ ਦੇ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ 'ਚ ਇਹੋ ਹੀ ਬੇਨਤੀ ਕਰਦਾ ਹਾਂ ਕਿ ਉਹ ਵਕਤ ਜਿਹੜਾ ਹੈ ਖੁਸ਼ੀਆਂ ਭਰਿਆ ਲਿਆਈ, ਤਾਂ ਕਿ ਇਸ ਵਕਤ ਹਰੇਕ ਇਨਸਾਨ ਡਰਿਆ ਹੋਇਆ ਹੈ। ਕਿਉਂਕਿ ਅਗਰ ਅਸੀਂ ਜੋ ਗਾਈਡਲਾਈਨ ਹਨ ਉਹਨਾਂ ਨੂੰ ਫੋਲੋ ਕਰਦੇ ਜਾਈਏ ਤੇ ਅਸੀਂ ਇਹੋ ਹੀ ਬੇਨਤੀ ਕਰਦੇ ਹਾਂ ਕਿ ਜਿਹੜੀ ਕ੍ਰਿਸਮਸ ਵੀ ਹੈ ਉਹ ਵੀ ਖੁਸ਼ੀ ਅਤੇ ਖੁਸ਼ਹਾਲੀ ਦੇ ਨਾਲ ਹੀ ਜਿਹੜਾ ਦਿਨ ਹੈ ਬਤੀਤ ਹੋਵੇ, ਤਾਂ ਕਿ ਹਰੇਕ ਦੇ ਮਨ ਦੇ ਵਿੱਚ ਚਾਹਤ ਹੈ, ਇੱਕ ਉਮੰਗ ਹੈ। ਬੱਚਿਆਂ ਨੂੰ ਤਾਂ ਇਹੋ ਹੀ ਚਾਹਤ ਹੁੰਦੀ ਹੈ ਕਿ ਜਦੋਂ ਉਹ ਕ੍ਰਿਸਮਸ ਟਰੀ ਦੇ ਨਾਲ
ਜਿਹੜਾ ਵੀ ਗਿਫਟ ਕੋਈ ਲੈ ਕੇ ਆਉਂਦਾ ਹੈ ਤਾਂ ਉਹ ਟਰੀ ਦੇ ਥੱਲੇ ਰੱਖ ਦਿੰਦੇ ਹਨ ਔਰ ਉਸ ਦਿਨ ਉਹ ਗਿਫਟ ਖੋਲ੍ਹਦੇ ਹਨ। ਉਹਨਾਂ ਦੀ ਆਸਾਂ ਉਮੀਦਾਂ ਹੁੰਦੀਆਂ ਹਨ। ਆਪਣੇ ਰਿਸ਼ਤੇਦਾਰ ਸੱਜਣ ਮਿੱਤਰ ਜਿਹੜੇ ਇੱਕ ਦੂਸਰੇ ਨੂੰ ਜ਼ਿਆਦਾਤਰ ਸਵੀਟਾਂ ਹੀ ਆਪਾਂ ਦਿੰਦੇ ਹਾਂ। ਔਰ ਅੱਜ ਕੱਲ੍ਹ ਤਾਂ ਬਹੁਤ ਸਾਰਾ ਇਹ ਰਿਵਾਜ਼ ਚੱਲ ਪਿਆ ਹੈ ਕਿ ਜਿਹੜੇ ਤਾਂ ਬੱਚੇ ਨਵੇਂ ਵਿਆਹੇ ਹਨ ਉਹ ਆਪਣੇ ਪੇਰੈਂਟਸ ਲਈ, ਜਿਹਨੂੰ ਪੰਜਾਬੀ 'ਚ ਆਪਾਂ ਸੱਸ ਸਹੁਰਾ ਕਹਿ ਦਿੰਦੇ ਹਾਂ, ਉਹਨਾਂ ਦੇ ਲਈ ਉਹ ਗਿਫਟ ਲਿਆ ਕੇ ਰੱਖ ਲੈਂਦੇ ਹਨ। ਔਰ ਹੋਣਾ ਵੀ ਚਾਹੀਦਾ ਹੈ ਕਿਉਂਕਿ ਇਹਦੇ ਵਿੱਚ ਇੱਕ ਖਿੱਚ ਪੈਦਾ ਹੁੰਦੀ ਹੈ। ਔਰ ਜੇ ਅਸੀਂ ਪਿਆਰ ਵਧਾਉਣ ਦੀ ਗੱਲ ਕਰੀਏ, ਜਿਵੇਂ ਮੈਂ ਗੱਲ ਕੀਤੀ ਹੈ, ਅਗਰ ਸੱਸ ਸਹੁਰੇ ਦੀ ਮੈਂ ਗੱਲ ਕਰਾਂ ਤੇ ਜੇ ਸੱਸ ਬਣ ਜਾਵੇ ਮਾਂ ਤੇ ਫਿਰ ਘਾਟਾ ਹੀ ਕਾਹਦਾ ਆ, ਜੇ ਨੂੰਹ ਬਣ ਜਾਵੇ ਧੀ ਤੇ ਫਿਰ ਸਿਆਪਾ ਹੀ ਕਾਹਦਾ ਆ। ਕਿਉਂਕਿ ਅਸੀਂ ਕੀ ਕਰਦੇ ਹਾਂ, ਨਿੱਕੀ ਨਿੱਕੀਆਂ ਗੱਲਾਂ ਤੇ ਨੋਕਾ ਚੋਕਾ ਸ਼ੁਰੂ ਕਰ ਦਿੰਦੇ ਹਾਂ, ਜਿਹਦੇ ਨਾਲ ਘਰਾਂ ਦੇ ਵਿੱਚ ਬਖੇਰੇ ਪੈਂਦੇ ਹਨ। ਇਹੋ ਹੀ ਸਭਾ ਸੁਸਾਇਟੀਆਂ ਦੀ ਗੱਲ ਹੈ। ਕਈ ਵਾਰ ਕੀ ਕਰਦੇ ਹਾਂ ਕਿ ਅਸੀਂ ਕਰਨਾ ਕਰਨਾ ਕੁਛ ਨਹੀਂ ਹੁੰਦਾ, ਦੂਸਰੇ 'ਤੇ ਤੁੱਕਾ ਟੱਕੀ ਜ਼ਿਆਦਾ ਕਰੀ ਜਾਣੀ ਹੁੰਦੀ ਹੈ। ਲੇਕਿਨ ਉਹ ਵਕਤ ਇਸ ਤਰ੍ਹਾਂ ਦਾ ਹੁੰਦਾ ਕਿ ਸੁਣਨੀ ਹਰੇਕ ਦੀ ਹੁੰਦੀ ਹੈ। ਔਰ ਜਿਹੜੇ ਨੁਮਾਇੰਦੇ ਹੁੰਦੇ ਹਨ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਇਸ ਤਰ੍ਹਾਂ ਦਾ ਪ੍ਰੋਜੈਕਟ, ਇਸ ਤਰ੍ਹਾਂ ਦਾ ਬਜਟ, ਇਸ ਤਰ੍ਹਾਂ ਦੀ ਇੱਕ ਕੋਈ ਜੋ ਆਉਣ ਵਾਲਾ ਵਕਤ ਹੈ, ਕਿਉਂਕਿ ਆਉਣ ਵਾਲਾ ਵਕਤ ਕਿਸੇ ਵੀ ਨਹੀਂ ਦੇਖਿਆ। ਜਿਵੇਂ ਮੈਂ ਗੱਲ ਕੀਤੀ ਸੀ ਕਿ ਜਿਹੜੀ ਪ੍ਰੋਗਰਾਮ ਸ਼ੁਰੂਆਤ ਦੇ ਵਿੱਚ, ਜੇ ਹੁਣ ਆਪਾਂ ਉਹ ਗੱਲ ਕਰੀਏ ਕਿ ਇਨਸਾਨ ਦੀਆਂ ਉਮੀਦਾਂ, ਇਨਸਾਨ ਦੇ ਜਿਹੜੀ ਚਾਹਤ ਹੈ ਜਾਂ ਇਨਸਾਨ ਦੇ ਇਰਾਦੇ ਹਨ, ਉਹ ਅੰਦਰ ਅੰਦਰ ਹੀ ਨਹੀਂ ਘੁਲਣੇ ਚਾਹੀਦੇ। ਨਾ ਅੰਦਰ ਅੰਦਰ ਹੀ ਉਹਨਾਂ ਨੂੰ ਆਪਣੀਆਂ ਤਰੰਗਾਂ ਨੂੰ, ਆਪਣੀਆਂ ਉਮੀਦਾਂ ਨੂੰ ਦਬਾ ਕੇ ਨਹੀਂ ਰੱਖਣਾ ਚਾਹੀਦਾ। ਜਿਹੜੀ ਵੀ ਗੱਲ ਮਨ ਦੇ ਵਿੱਚ ਹੈ ਉਹ ਕਹਿ ਦੇਣੀ ਚਾਹੀਦੀ ਹੈ, ਚਾਹੇ ਪੰਜਾਬੀ 'ਚ ਕਿਸੇ ਦੇ ਗਿੱਟੇ ਲੱਗੇ, ਚਾਹੇ ਕਿਸੇ ਦੇ ਗੋਡੇ ਲੱਗੇ। ਜੇ ਅਸੀਂ ਉਹ ਮਨ ਦੇ ਵਿੱਚ ਹੀ ਗੱਲ ਨੂੰ ਗੁੰਨਦੇ ਰਹੇ ਤਾਂ ਉਹਦਾ ਫਾਇਦਾ ਨਹੀਂ ਹੈ। ਔਰ ਸੱਚ ਤੇ ਕੱਚ ਹਮੇਸ਼ਾ ਹੀ ਚੁੱਭਦਾ ਆਇਆ ਹੈ। ਉਹ ਲਿਖਣ ਵਾਲੇ ਨੇ ਇਹ ਵੀ ਗੱਲ ਲਿਖੀ, ਕਹਿੰਦਾ ਮੈਂ ਉਸ ਤੋਂ ਬਲਹਾਰੇ ਜਾਵਾਂ ਜਿਸ ਕਲਬੂਤ ਬਣਾਇਆ, ਪੰਜ ਤੱਤ ਇਕੱਠੇ ਕਰਕੇ ਜਿਸ ਨੇ ਰੂਹ ਵਿੱਚ ਆਣ ਟਿਕਾਇਆ, ਕਿਸੇ ਚੀਜ਼ ਦੀ ਕਸਰ ਨਾ ਛੱਡੀ, ਉਹਨੇ ਹਰ ਰੰਗ ਐਸਾ ਲਾਇਆ, ਕਾਦਤ ਦੀ ਕੁਦਰਤ ਦਾ ਜਮਲਾ, ਤੇਰਾ ਭੇਦ ਕਿਸੇ ਨਹੀਂ ਪਾਇਆ। ਮਾਲਕ ਦੀ ਰਜ਼ਾ ਦੇ ਵਿੱਚ ਰਹਿ ਕੇ ਔਰ ਮਾਲਕ ਦੇ ਭਾਣੇ ਨੂੰ ਜਿਹੜਾ ਮੰਨਦਾ ਹੈ ਇਨਸਾਨ, ਉਹਨੂੰ ਕਦੀ ਕਿਸੇ ਚੀਜ਼ ਦੀ ਘਾਟ, ਕਦੀ ਕਿਸੇ ਚੀਜ਼ ਦੀ ਕੋਈ ਕਸਰ ਨਹੀਂ ਰਹਿੰਦੀ। ਲੇਕਿਨ ਸੱਚਾਈ ਜਿਹੜੀ ਹੈ ਉਹ ਸੱਚਾਈ ਹੀ ਰਹਿਣੀ ਹੈ। ਅਤੇ ਜੇ ਅਸੀਂ ਝੂਠ ਤੂਫਾਨ ਬੋਲ ਕੇ, ਕਈ ਵਾਰ ਇਨਸਾਨ ਇਸ ਤਰ੍ਹਾਂ ਦੇ ਵੀ ਹੁੰਦੇ ਹਨ, ਸਟੇਜਾਂ 'ਤੇ ਜਾ ਕੇ ਇਹ ਗੱਲ ਕਹਿ ਦਿੰਦੇ ਹਨ ਕਿ ਮੈਂ 2 ਮਿੰਟ ਦੇ ਵਿੱਚ ਜਾਂ 5 ਮਿੰਟ ਦੇ ਵਿੱਚ ਲੱਖਾਂ ਹੀ ਪੌਂਡ ਇਕੱਠਾ ਕਰ ਦਿੰਦਾ ਹਾਂ। ਲੇਕਿਨ ਉਹਦੇ ਵਿੱਚ ਆਪ ਕੀ ਉਹਨੇ ਐਡ ਕੀਤਾ ਹੁੰਦਾ ਹੈ ਜਾਂ ਆਪ ਆਪਣੇ ਪੱਖੋਂ ਕੀ ਦਿੱਤਾ ਹੁੰਦਾ ਹੈ, ਉਧਰਲੇ ਪਾਸਿਓਂ ਉਹ ਹੱਥ ਘੁੱਟ ਲੈਂਦੇ ਹਨ। ਲੇਕਿਨ ਇਹ ਜਿਹੜੀਆਂ ਝੂਠੀਆਂ ਸ਼ੋਹਰਤਾਂ ਹਨ, ਝੂਠੀਆਂ ਵਡਿਆਈਆਂ ਹਨ, ਇਹ ਚੰਦ ਦਿਨ ਦੀ ਬਹਾਰ ਹੈ। ਜੇ ਅਸੀਂ ਕਹੀਏ ਕਿ ਲਓ ਜੀ ਇਹ ਗੱਲਾਂ ਸਦਾ, ਕਿਉਂਕਿ ਅੱਜ ਕੱਲ੍ਹ ਹਰੇਕ ਇਨਸਾਨ ਦੇ ਵਿੱਚ, ਹਰੇਕ ਬਜ਼ੁਰਗ ਹੋਵੇ ਜਾਂ ਬੱਚਾ ਹੋਵੇ ਜਾਂ ਕੋਈ ਵੀ ਹੋਵੇ, ਉਹ ਇੰਨੀ ਸੋਚ ਰੱਖਦਾ ਹੈ, ਇੰਨੀ ਸਮਝ ਰੱਖਦਾ ਹੈ ਕਿ ਸਾਹਮਣੇ ਵਾਲੇ ਨੂੰ 1 ਸੈਕਿੰਡ ਦੇ ਵਿੱਚ ਪਰਖ ਲੈਂਦਾ ਹੈ। ਅਤੇ ਜੇ ਅਸੀਂ ਉਹ ਨੁਮਾਇੰਦੇ ਹੀ ਇਸ ਤਰ੍ਹਾਂ ਦੇ ਚੁਣ ਲੈਣੇ ਹਨ, ਕਿਉਂਕਿ ਜੇ ਹੁਣ ਜਿਹੜਾ 9 ਤਰੀਕ ਦਿਨ ਐਤਵਾਰ ਨੂੰ ਬਰਮਿੰਘਮ ਗੁਰੂ ਘਰ ਦੇ ਵਿੱਚ ਇਲੈਕਸ਼ਨ ਹੋਣਾ ਹੈ, ਇੱਕ ਤਾਂ ਜਿਨ੍ਹਾਂ ਨੇ ਆਪਣੇ ਹਾਲੇ ਤੱਕ ਵੋਟ, ਜਿਹਨੂੰ ਕਾਰਡ ਨਹੀਂ ਬਣਾਏ, ਉਹ ਜ਼ਰੂਰ ਬਣਾਓ। ਔਰ ਵੋਟ ਦਾ ਇਸਤੇਮਾਲ ਸਹੀ ਇਨਸਾਨ 'ਤੇ ਹੀ ਕਰਿਓ। ਔਰ ਨਾ ਹੀ ਅਸੀਂ ਇਹ ਪੈਨਲ ਤੋਂ ਬੈਠ ਕੇ ਜਾਂ ਏਕਤਾ ਟੀਵੀ ਮੀਡੀਆ ਤੋਂ ਹੀ ਗੱਲ ਕਹਿ ਸਕਦੇ ਹਾਂ ਕਿ ਫਲਾਣੇ ਨੂੰ ਹੀ ਵੋਟ ਕਰੋ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਹੈ। ਹੁਣ ਇਸ ਵਕਤ ਤੁਹਾਨੂੰ ਜਿਹੜੇ ਬੰਦੇ ਤੁਹਾਡਾ ਚਿਹਰਾ ਦੇਖ ਕੇ ਆਪਣੀ ਡੋਰ ਹੀ ਨਹੀਂ ਖੋਲ੍ਹਦੇ, ਉਹਨਾਂ ਨੇ ਅੱਜ ਆ ਕੇ ਤੁਹਾਡੇ ਘਰਾਂ ਦੇ ਵਿੱਚ ਤੁਹਾਨੂੰ ਗਲਬੱਕੜੀਆਂ ਪਾਉਣੀਆਂ, ਅਸੀਂ ਤੁਹਾਡੇ ਹੀ ਹਾਂ, ਬੜੇ ਵੱਡੇ ਵੱਡੇ ਵਾਅਦੇ ਕਰਨੇ ਹਨ। ਲੇਕਿਨ ਜਦੋਂ ਮੰਤਰੀ ਬਣ ਜਾਂਦੇ ਹਨ
ਤਾਂ ਪਹਿਲੀ ਤਾਂ ਉਹ ਗੇਟ ਤੇ ਇਹ ਪੁੱਛਦੇ ਹਨ, ਯਾਰ ਤੂੰ ਕੌਣ ਆ। ਉਸ ਵਕਤ ਉਹਨਾਂ ਨੂੰ ਇਹ ਗੱਲ ਦੀ ਵੀ ਨਹੀਂ ਯਾਦ ਰਹਿੰਦੀ ਕਿ ਇਹ ਕੌਣ ਸਾਡੇ ਕੋਲ ਆਇਆ ਹੈ, ਲੇਕਿਨ ਨੁਮਾਇੰਦਾ ਉਹ ਹੀ ਚੁਣਿਓ। ਫਿਰ ਉੱਥੇ ਅਖੀਰ ਤੇ ਇਹੋ ਹੀ ਗੱਲ ਆਉਂਦੀ ਹੈ ਕਿ ਜਿਹੜਾ ਹਰੇਕ ਐਂਗਲ ਤੋਂ, ਹਰੇਕ ਪੱਖੋਂ ਤੁਹਾਡੀ ਗੱਲ ਸੁਣ ਸਕੇ, ਕੌਮ ਦਾ ਕੰਮ ਕਰ ਸਕੇ, ਸਾਂਝੀਵਾਲਤਾ ਦੀ ਗੱਲ ਕਰ ਸਕੇ। ਕਿਉਂਕਿ ਜੇ ਅਸੀਂ ਝੂਠੀਆਂ ਇਮਾਰਤਾਂ ਬਣਾ ਕੇ ਤੇ ਜੇ ਅਸੀਂ ਹੁਣ ਕਿਸੇ ਚੀਜ਼ ਤੋਂ ਵੀ ਖੁੰਝ ਗਏ ਜਾਂ ਛੋਟੀ ਜਿਹੀ ਵੀ ਗਲਤੀ ਕਰ ਬੈਠੇ, ਤਾਂ ਮੇਰਾ ਖਿਆਲ ਨਹੀਂ ਕਿ ਅਸੀਂ ਉਹ ਜਿਹੜੇ 5 ਸਾਲ ਹਨ ਕਿਸੇ ਦੀ ਮਜਬੂਰੀ ਜਾਂ ਕਿਸੇ ਦਾ ਨਜਾਇਜ਼ ਫਾਇਦਾ ਉਠਾਉਣਾ ਵੀ ਇਹ ਚੰਗੀ ਗੱਲ ਨਹੀਂ ਹੈ। ਗੱਲ ਉਨੀ ਕੀ ਕਰੀਏ ਜਿਹੜੀ ਚੰਗੀ ਲੱਗੇ ਸਾਰਿਆਂ ਨੂੰ। ਔਰ ਗੁਰਪੁਰਬ ਦੀ ਵੀ ਮੈਂ ਗੱਲ ਇਸ ਕਰਕੇ ਹੀ ਕੀਤੀ ਸੀ ਕਿ ਏਕਤਾ ਟੀਵੀ ਨੇ ਜੋ ਉਪਰਾਲਾ ਕੀਤਾ ਹੈ, ਤੁਹਾਨੂੰ ਵੱਧ ਤੋਂ ਵੱਧ ਲਾਈਵ ਦਿਖਾਵਾਂਗੇ ਔਰ ਕਾਂਚੀ ਬਨਾਰਸ ਤੋਂ ਵੀ ਵੱਧ ਤੋਂ ਵੱਧ ਲਾਈਵ ਦਿਖਾਵਾਂਗੇ। ਔਰ ਜਿਵੇਂ ਜਿਵੇਂ ਇਹ ਵਕਤ ਬੀਤਦਾ ਜਾਵੇਗਾ, ਉਹ ਦਿਨ ਨਜ਼ਦੀਕ ਆਉਂਦਾ ਜਾਵੇਗਾ, ਹਰ ਇੱਕ ਪ੍ਰੈਜੈਂਟਰ ਸਾਡਾ ਤੁਹਾਨੂੰ ਅਪਡੇਟ ਉਹ ਦੱਸਦਾ ਜਾਵੇਗਾ। ਔਰ ਦੂਸਰੀ ਗੱਲ ਜੋ ਏਕਤਾ ਟੀਵੀ ਨੇ ਇੱਕ ਉਪਰਾਲਾ ਕੀਤਾ ਹੈ ਕਿ ਅਸੀਂ ਇਹ ਤੋਂ ਜਹਾਜ਼ ਭਰ ਕੇ ਲੈ ਜਾਈਏ। ਔਰ ਨਾਲ ਇਹ ਗੱਲ ਸਪਸ਼ਟ ਹੈ ਕਿ ਜੇ 430 ਪੌਂਡ ਦੀ, ਇਹ ਇੱਕ ਰਫਲੀ ਮੈਂ ਦੱਸ ਰਿਹਾ ਕਿਉਂਕਿ ਇਹ ਫਿਕਸ ਨਹੀਂ ਹੈ ਕਿ 430 ਪੌਂਡ ਦੀ ਟਿਕਟ ਹੈ ਤਾਂ ਅਸੀਂ 450 ਪੌਂਡ ਲੈ ਕੇ ਤਾਂ 20 ਪੌਂਡ ਆਪਣੀ ਜੇਬ 'ਚ ਰੱਖਾਂਗੇ, ਉਹ ਕੰਮ ਨਹੀਂ ਇੱਥੇ ਹੋਵੇਗਾ। ਔਰ ਕਿਸੇ ਵੀ ਸੇਵਾਦਾਰ ਨੂੰ ਤੁਸੀਂ ਆਪਣਾ ਨਾਂ ਲਿਖਾ ਸਕਦੇ ਹਾਂ। ਔਰ ਜੋ ਡਿਨਰ ਐਂਡ ਡਾਂਸ ਦਾ ਪ੍ਰੋਗਰਾਮ ਹੈ, ਇਹ ਤੁਹਾਡਾ ਆਪਣਾ ਪ੍ਰੋਗਰਾਮ ਹੈ। ਜਿਸ ਤਰ੍ਹਾਂ ਵੀ ਜਿੱਥੇ ਜਿੱਥੇ ਵੀ ਅਸੀਂ ਟਿਕਟਾਂ ਦੇ ਦਿੱਤੀਆਂ ਗਈਆਂ, ਜਿਨ੍ਹਾਂ ਵੀ ਇਹ ਪਰਿਵਾਰਾਂ ਨੇ ਟਿਕਟਾਂ ਲਈਆਂ ਹਨ, ਅਸੀਂ ਉਹਨਾਂ ਦੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ। ਔਰ ਜਿਨ੍ਹਾਂ ਨੂੰ ਹੋਰ ਟਿਕਟਾਂ ਚਾਹੀਦੀਆਂ ਹਨ, ਉਹ ਕਿਸੇ ਦੇ ਨਾਲ ਵੀ ਸੰਪਰਕ ਕਰਕੇ ਵੁਲਵਰਹੈਂਪਟਨ 'ਚ, ਬਰਮਿੰਘਮ ਦੇ ਵਿੱਚ, ਕਿਤੇ ਵੀ ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਆਪਣੀ ਟਿਕਟਾਂ ਬੁੱਕ ਕਰਵਾ ਸਕਦੇ ਹੋ। ਔਰ ਤੁਹਾਡਾ ਸਾਰਿਆਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਾਂਗੇ। ਆਪਣੀਆਂ ਨਿਗਾਹਾਂ ਵਿਛਾ ਕੇ ਤੁਹਾਡਾ ਇੰਤਜ਼ਾਰ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਸਾਡੀ ਵੱਲੋਂ ਤੁਹਾਨੂੰ ਖੁਸ਼ ਕਰਨ ਦੇ ਲਈ ਕੋਈ ਕਮੀ ਪੇਸ਼ੀ ਨਾ ਰਹਿ ਜਾਵੇ। ਔਰ ਜਿਵੇਂ ਕਿ ਦਾਸ ਨੇ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਕੱਲ੍ਹ ਦਾ ਪ੍ਰੋਗਰਾਮ ਸਾਡੇ ਰਾਜ ਮਾਨਕ ਜੀ ਨੇ ਲੈ ਕੇ ਆਉਣਾ ਹੈ, ਕਿਉਂਕਿ ਜਿਹੜੇ ਇੱਥੇ ਦੇ ਗਾਇਕ ਹਨ ਯੂਕੇ ਦੇ ਵਿੱਚ, ਜਿਵੇਂ ਕਿ ਸਾਨੂੰ ਬਹੁਤ ਸਾਰੀ ਆਫਰ ਕਹਿ ਸਕਦੇ ਹਾਂ, ਹਰਬੰਸ ਆਜ਼ਾਦ ਦੀ ਜੋ ਕੈਨਿਕ ਰੋਡ 'ਤੇ ਉਹਨਾਂ ਦਾ ਇੱਕ ਸਟੂਡੀਓ ਹੈ, ਉਹਨਾਂ ਨੇ ਸਾਨੂੰ ਬੜੀ ਹੱਲਾਸ਼ੇਰੀ ਦਿੱਤੀ ਕਿ ਉਸ ਦਿਨ ਉਹ ਹਾਜ਼ਰੀ ਵੀ ਲਵਾਉਣਗੇ। ਉਹਨਾਂ ਨੇ ਟੇਬਲ ਵੀ ਬੁੱਕ ਕਰਾਇਆ ਹੈ। ਸਾਡੇ ਤੇਜਿੰਦਰ ਤੇਜੀ ਜੀ ਹੈ, ਬੋਵੀ ਸਰਵਰ ਜੀ ਹੈ, ਹੋਰ ਵੀ ਬਹੁਤ ਸਾਰੀਆਂ ਪਾਰਟੀਆਂ ਹਨ। ਅਗਰ ਮੈਂ ਸਾਰਿਆਂ ਦਾ ਨਾਂ ਲਵਾਂ ਜਿਨ੍ਹਾਂ ਨੇ ਖੁਦ ਸਾਨੂੰ ਫੋਨ ਕਰਕੇ ਇਹ ਗੱਲ ਕਹੀ ਹੈ, ਇਹ ਮੈਂ ਉਹਨਾਂ ਦੇ ਹੀ ਨਾਂ ਲੈ ਰਿਹਾ ਹਾਂ। ਜਿਵੇਂ ਕਿ ਸਾਡੇ ਰੱਜ ਕੇ ਦੇਸੀ ਡੀਜੇ ਪਰਗਣ ਪੰਡਾਲ ਜੀ, ਉਹਨਾਂ ਨੇ ਵੀ ਕਿਹਾ ਕਿ ਮੈਂ ਲਾਈਵ ਪਰਫਾਰਮ ਕਰਾਂਗਾ ਔਰ ਡੀਜੇ ਦੀ ਸੇਵਾ ਵੀ ਉਹ ਕਰ ਰਹੇ ਹਨ, ਕਿਉਂਕਿ ਉਹਨਾਂ ਦਾ ਗਾਣਾ ਵੀ ਬਹੁਤ ਪ੍ਰਚਲਿਤ ਹੋਇਆ ਸੀ ਕਿ ਇਹ 2 ਗਜ ਕੱਪੜਾ ਨਹੀਂ ਇੱਜ਼ਤ ਬਣਾਵੇ ਚੁੰਨੀ, ਜਿਹਦਾ ਟਾਈਟਲ ਸੌਂਗ ਸੀ। ਹੋਰ ਵੀ ਬਹੁਤ ਸਾਰੇ ਕਲਾਕਾਰ ਆਉਣਗੇ, ਇੰਡੀਆ ਤੋਂ ਬਹੁਤ ਸਾਰੇ ਕਲਾਕਾਰ ਆਏ ਹੋਏ ਹਨ। ਅਸੀਂ ਸਾਰਿਆਂ ਨੂੰ ਹੀ ਮੋਸਟ ਵੈਲਕਮ ਕਰਦੇ ਹਾਂ। ਬਹੁਤ ਸਾਰੇ ਕਲਾਕਾਰ ਇਸ ਤਰ੍ਹਾਂ ਦੇ ਵੀ ਹਨ, ਉਹ ਪਹਿਲਾਂ ਹੀ ਸਾਨੂੰ ਪੁੱਛਣ ਡਏ ਹਨ ਕਿ ਸਾਡੀ ਸੇਵਾ ਕੀ ਹੋਵੇਗੀ, ਸਾਨੂੰ ਕਿਸ ਤਰ੍ਹਾਂ ਉੱਥੇ ਨਵਾਜਿਆ ਜਾਵੇਗਾ। ਜਿਨ੍ਹਾਂ ਬੰਦਿਆਂ ਦੇ ਵਿੱਚ ਪਹਿਲਾਂ ਤੋਂ ਹੀ ਇਹ ਕਸ਼ਿਸ਼ ਲਾਲਚ ਹੈ, ਤਾਂ ਉਹਨਾਂ ਨੇ ਕੌਮ ਦੀ ਸੇਵਾ ਕੀ ਕਰ ਲੈਣੀ ਹੈ, ਜਾਂ ਅਸੀਂ ਉਹਨਾਂ ਤੋਂ ਕੀ ਉਮੀਦ ਰੱਖ ਕੇ ਬੈਠ ਸਕਦੇ ਹਾਂ। ਅਸੀਂ ਇਹ ਫੰਕਸ਼ਨ ਰੱਖਿਆ ਹੈ ਇੱਕ ਡੋਨੇਸ਼ਨ ਵਾਸਤੇ ਕਿ ਏਕਤਾ ਟੀਵੀ ਨੂੰ ਅਸੀਂ ਵਧਾਉਣਾ ਕਿੱਦਾਂ ਹੈ, ਇਹਨੂੰ ਹੋਰ ਅੱਗੇ ਲਿਜਾਣਾ ਕਿਸ ਤਰ੍ਹਾਂ ਹੈ। ਅਤੇ ਜੇ ਅਸੀਂ ਹੋਰਾਂ ਦੀਆਂ ਡਿਮਾਂਡਾਂ ਪੂਰੀਆਂ ਕਰਨ ਲੱਗ ਪਏ ਅਤੇ ਅਸੀਂ ਕਲਾਕਾਰਾਂ ਨੂੰ ਇਹੀ ਪੈਸੇ ਦੇਣ ਲੱਗ ਪਏ, ਅਤੇ ਅਸੀਂ ਉੱਥੇ ਬਚਾਉਣਾ ਕੀ ਹੈ। ਕਿਸੇ ਵੀ ਕਲਾਕਾਰ ਨੇ ਇਹ ਤਾਂ ਸਾਨੂੰ ਹਾਲੇ ਤੱਕ ਪੁੱਛਿਆ ਨਹੀਂ ਕਿ ਤੁਹਾਡਾ ਬਜਟ ਕੀ ਹੈ, ਤੁਸੀਂ ਕਿਹੜੇ ਇਸ ਵਕਤ ਸਟੇਜ 'ਤੇ ਖੜ੍ਹੇ ਹੋ, ਤੁਹਾਡਾ ਇਹ ਪ੍ਰੋਗਰਾਮ ਦਾ ਸਾਰਾ ਉਪਰਾਲਾ ਠੀਕ ਠਾਕ ਚੱਲ ਰਿਹਾ ਹੈ। ਹੱਲਾਸ਼ੇਰੀ ਤਾਂ ਕਿਸੇ ਨੇ ਕੀ ਦੇਣੀ ਹੈ, ਉਹ ਡਿਮਾਂਡਾਂ ਪਹਿਲਾਂ ਹੀ ਸ਼ੁਰੂ ਹੋ ਗਈਆਂ ਹਨ।
ਕੌਮ ਦੀ ਸੇਵਾ ਕਰਨੀ ਬੜੀ ਔਖੀ ਹੈ। ਗੱਲਾਂ ਕਰਨੀਆਂ ਬਹੁਤ ਸਖਾਲੀਆਂ ਨੇ, ਕੰਮ ਕਰਕੇ ਦਿਖਾਣੇ ਬੜੇ ਔਖੇ। ਅਸੀਂ ਕਈ ਵਾਰ ਫੜ, ਜਿਹਨੂੰ ਪੰਜਾਬੀ 'ਚ ਕਹਿ ਦਿੰਦੇ ਹਾਂ, ਫੜਕ ਤੇ ਬੜਕ ਬਹੁਤ ਮਾਰ ਦਿੰਦੇ ਹਾਂ। ਪਤਾ ਉਦੋਂ ਹੀ ਲੱਗਦਾ ਹੈ ਜਦੋਂ ਵਕਤ ਆਉਂਦਾ ਹੈ ਜਾਂ ਉਹ ਟਾਈਮ ਆਉਂਦਾ ਹੈ, ਤਾਂ ਫਿਰ ਪਤਾ ਲੱਗਦਾ ਹੈ ਕਿ ਇਹ ਕਿਹੜਾ ਮੈਦਾਨ ਦੇ ਵਿੱਚ ਵਿਚਰਦਾ ਹੈ। ਇਸ ਕਰਕੇ ਦਾਸ ਨੂੰ ਸਾਰਿਆਂ ਨੂੰ ਇਹੋ ਹੀ ਬੇਨਤੀ ਕਰਦਾ ਹੈ ਕਿ ਉਸ ਦਿਨ ਨੂੰ ਹੁੰਮ ਹਮਾ ਕੇ ਆਪਾਂ ਆਉਣਾ ਹੈ। ਸਾਰੀਆਂ ਟਿਕਟਾਂ ਮੋਸਟਲੀ 350 ਦੇ ਲਗਭਗ ਸੋਲਡ ਹੋ ਚੁੱਕੀਆਂ ਹਨ। ਕਪੈਸਿਟੀ ਹੋਰ ਸਾਡੇ ਕੋਲ 200-250 ਟਿਕਟ ਦੀ ਅਸੀਂ ਰੱਖ ਰਹੇ ਹਾਂ, ਉਹ ਵੀ ਬਹੁਤ ਜਲਦ ਸੋਲਡ ਕਰ ਦਿੱਤੀਆਂ ਜਾਣਗੀਆਂ। ਔਰ ਅਸੀਂ ਉਮੀਦ ਰੱਖਦੇ ਹਾਂ ਕਿ ਤੁਸੀਂ ਜਿਸ ਤਰ੍ਹਾਂ ਇਸ ਟਿਕਟਾਂ ਲੈਣ ਦੇ ਵਿੱਚ ਸਾਥ ਸਹਿਯੋਗ ਦਿੱਤਾ ਹੈ, ਜੋ ਹੋਰ ਅਸੀਂ ਟਿਕਟਾਂ ਵੇਚਣੀਆਂ ਹੈ ਤੇ ਉਹਦੇ ਬਾਰੇ ਵੀ ਅਸੀਂ ਇਹੋ ਉਮੀਦ ਰੱਖਦੇ ਹਾਂ ਕਿ ਤੁਸੀਂ ਆਪ ਫੋਨ ਕਾਲ ਕਰਕੇ ਇਹ ਟਿਕਟਾਂ ਸਾਡੇ ਕੋਲੋਂ ਲਵੋਗੇ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਦਾ ਹਾਂ। ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ, ਇਹ ਮੇਰੇ ਆਪਣੇ ਵਿਚਾਰ ਸਨ। ਏਕਤਾ ਟੀਵੀ ਦਾ ਸਹਿਮਤ ਹੋਣਾ ਜਾਂ ਨਾ ਹੋਣਾ ਕੋਈ ਜ਼ਰੂਰੀ ਨਹੀਂ, ਔਰ ਮਾਲਕ ਨੇ ਚਾਹਿਆ ਤਾਂ ਬਹੁਤ ਜਲਦ ਫਿਰ ਤੁਹਾਡੇ ਰੂਬਰੂ ਹੋਵਾਂਗੇ। ਔਰ ਗੁਰੂਆਂ ਦੇ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ 'ਚ ਇਹੋ ਹੀ ਬੇਨਤੀ ਕਰਦਾ ਹਾਂ ਕਿ ਸਾਰੇ ਹੀ ਖੁਸ਼ ਤੇ ਖੁਸ਼ਹਾਲ ਰਹਿਣ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਹੈ। ਜੈ ਗੁਰਦੇਵ, ਧੰਨ ਗੁਰਦੇਵ ਜੀ।